आप लिहो तुम कथा सुधारी। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਹਿ ਸਦ ਤੂਰਨ ਸੁਰ ਸਰਬ ਚੜੇ ਬਿਮਾਨ ਪਿਆਨ। ਗੁਰ ਸੁਤ ਕੇਤਨ ਤਜਨ ਤੇ ਆਏ ਮੰਗਲ ਠਾਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਵਿੱਤਰ ਪਾਵਨ ਹਜ਼ੂਰੀ ਵਿਖੇ ਸੰਧਿਆ ਦੇ ਦੀਵਾਨ ਸਜੇ ਹਨ। ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ, ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾ। ਮਹਾਵਾਕ ਅਨੁਸਾਰ ਜਿੱਥੇ ਗੁਰੂ ਕੀ ਬਾਣੀ ਦੇ ਕੀਰਤਨ ਦੀ ਮਹਿਮਾ ਹੈ, ਉੱਥੇ ਗੁਰ ਇਤਿਹਾਸ ਤੇ ਗੁਰਬਾਣੀ ਦੀ ਕਥਾ ਦਾ ਵੀ ਆਪਣਾ ਹੀ ਮਹੱਤਵ ਹੈ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਪਵਿੱਤਰ ਕਥਾ ਨਾਲ ਜੁੜੇ ਹੋਏ ਹੋ। ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰ ਚੁੱਕੇ ਹੋ ਕਿ ਜਦੋਂ ਬਾਬਾ ਗੁਰਦਿੱਤਾ ਜੀ ਸ਼ਿਕਾਰ ਖੇਡਣ ਗਏ, ਕਿਸੇ ਸਿੱਖ ਦੇ ਕੋਲੋਂ ਗਲਤੀ ਨਾਲ ਗੋਲੀ ਚੱਲ ਗਈ ਤੇ ਗਊ ਮਰ ਗਈ। ਪਰ ਪਹਾੜੀ ਗੁੱਜਰਾਂ ਨੇ ਰੌਲਾ ਪਾ ਲਿਆ ਵੀ ਤੁਸੀਂ ਗਊ ਹੱਤਿਆ ਕੀਤੀ ਹੈ। ਬਹੁਤ ਜ਼ਿਆਦਾ ਵਿਵਾਦ ਕਰਨ ਲੱਗੇ ਤਾਂ ਬਾਬਾ ਜੀ ਨਾ ਚਾਹੁੰਦਿਆਂ ਹੋਇਆਂ ਵੀ ਗਊ ਜਿੰਦਾ ਕੀਤੀ। ਭਾਵੇਂ ਚਾਹੁੰਦੇ ਨਹੀਂ ਸੀ, ਕਿਉਂਕਿ ਭਾਣੇ ਅਨੁਸਾਰ ਜੋ ਜੀਵ ਮਰਿਆ ਹੈ ਉਹਨੂੰ ਜਿਵਾਣਾ ਵਾਹਿਗੁਰੂ ਦੀ ਰਜ਼ਾ ਦੇ ਉਲਟ ਹੈ। ਪਰ ਮਹਾਂਪੁਰਸ਼ ਸਮਰੱਥ ਹੁੰਦੇ ਆ, ਮਾਰ ਵੀ ਸਕਦੇ ਆ ਤੇ ਜਿਵਾ ਵੀ ਸਕਦੇ ਆ। ਬਾਬਾ ਗੁਰਦਿੱਤਾ ਜੀ ਨੇ ਉਹ ਗਊ ਜਿੰਦਾ ਕਰ ਦਿੱਤੀ। ਜਦੋਂ ਇਸ ਗੱਲ ਦਾ ਪਤਾ ਸਤਿਗੁਰੂ ਜੀ ਨੂੰ ਲੱਗਾ ਤਾਂ ਮਹਾਰਾਜ ਬਹੁਤ ਨਾਰਾਜ਼ ਹੋਏ। ਬਚਨ ਕੀਤਾ ਵੀ ਤੁਸੀਂ ਪਰਮੇਸ਼ਰ ਦੇ ਸ਼ਰੀਕ ਬਣੇ ਹੋ, ਹੁਣ ਲੋਕਾਂ ਦੇ ਘਰ ਮੌਤਾਂ ਹੋਇਆ ਕਰਨਗੀਆਂ ਤੇ ਉਹ ਮੁਰਦੇ ਲਿਆ ਕੇ ਗੁਰੂ ਘਰ 'ਚ ਲੰਮਿਆਂ ਪਾ ਦਿਆ ਕਰਨਗੇ ਵੀ ਸਾਡੇ ਬੱਚੇ ਨੂੰ ਜਿੰਦਾ ਕਰੋ, ਸਾਡੇ ਭਾਈ ਨੂੰ ਜਿੰਦਾ ਕਰੋ। ਰਾਜਿਆਂ ਮਹਾਰਾਜਿਆਂ ਸ਼ਹਿਨਸ਼ਾਹਾਂ ਬਾਦਸ਼ਾਹਾਂ ਦੇ ਘਰਾਂ 'ਚ ਵੀ ਮੌਤਾਂ ਹੁੰਦੀਆਂ ਨੇ। ਉਹ ਜ਼ਬਰਦਸਤੀ ਕਹਿਣਗੇ ਸਾਡੇ ਬੱਚੇ ਜਿੰਦਾ ਕਰੋ, ਫਿਰ ਅਸੀਂ ਕਿੰਨਿਆਂ ਕੁ ਨੂੰ ਜਿੰਦਾ ਕਰਾਂਗੇ? ਵਾਹਿਗੁਰੂ ਦੀ ਰਜ਼ਾ ਦੇ ਉਲਟ ਚੱਲਾਂਗੇ? ਨਹੀਂ, ਜਿਵੇਂ ਅਕਾਲ ਪੁਰਖ ਨੇ ਪਰਮੇਸ਼ਰ ਨੇ ਬਣਾਇਆ ਹੈ ਸੰਸਾਰ ਦੀ ਮਰਜ਼ਾਦਾ, ਉਸੇ ਤਰ੍ਹਾਂ ਰਹਿਣ ਦਿਓ, ਉਹਦੇ ਵਿੱਚ ਦਖਲ ਨਾ ਦਿਓ। ਤੁਸੀਂ ਹੁਣ ਜਾਂ ਤਾਂ ਸਰੀਰ ਛੱਡ ਜਾਓ ਜਾਂ ਅਸੀਂ ਸਰੀਰ ਛੱਡ ਜਾਂਦੇ ਹਾਂ। ਐਡਾ ਕਰੜਾ ਫੈਸਲਾ ਆਪਣੇ ਪੁੱਤਰ ਨੂੰ ਗੁਰੂ ਸਾਹਿਬ ਹੀ ਦੇ ਸਕਦੇ ਆ, ਮਹਾਰਾਜ ਛੇਵੇਂ ਪਾਤਸ਼ਾਹ। ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦਾ ਬਚਨ ਸਮਝ ਗਏ ਇਸ਼ਾਰਾ, ਤੇ ਜਾ ਕੇ ਪਹਾੜ ਦੇ ਉੱਤੇ ਪਰਮੇਸ਼ਰ ਵਿੱਚ ਸੁਰਤੀ ਜੋੜ ਕੇ ਆਪਣਾ ਚੋਲਾ ਛੱਡ ਦਿੱਤਾ। ਲਗਭਗ 25 ਸਾਲ ਦੀ ਭਰ ਜਵਾਨੀ ਦੀ ਉਮਰ ਵਿੱਚ ਬਾਬਾ ਗੁਰਦਿੱਤਾ ਸਾਹਿਬ ਜੀ ਇਸ ਸੰਸਾਰ ਤੋਂ ਸਾਡੇ ਤੋਂ ਪਰਦਾ ਕਰ ਗਏ ਸਨ। ਬਾਬਾ ਗੁਰਦਿੱਤਾ ਜੀ ਗੁਰੂ ਹਰਿਰਾਏ ਸਾਹਿਬ ਦੇ ਪਿਤਾ ਜੀ ਸਨ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਨ ਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਵੱਡੇ ਭਾਈ ਸਨ। ਉਹਨਾਂ ਦੇ ਬਹੁਤ ਜ਼ਿਆਦਾ ਗੁਰੂ ਘਰ ਦੇ ਵਿੱਚ ਉਹਨਾਂ ਦਾ ਮਹੱਤਵ ਹੈ। ਸੰਗਤਾਂ ਗੁਰੂ ਦਾ ਰੂਪ ਸਮਝਦੀਆਂ ਸਨ ਕਿ ਗੁਰੂ ਸਾਹਿਬ ਤੋਂ ਬਾਅਦ ਇਹੀ ਗੁਰਤਾ ਗੱਦੀ 'ਤੇ ਬੈਠਣਗੇ। ਇੱਦਾਂ ਦੇ ਵੀ ਸਿੱਖ ਅੰਦਾਜ਼ੇ ਲਾਉਂਦੇ ਸਨ, ਪਰ ਜੋ ਵਾਹਿਗੁਰੂ ਨੂੰ ਮਨਜ਼ੂਰ ਹੈ ਹੁੰਦਾ ਤਾਂ ਉਹੀ ਹੈ। ਉਹਦੇ ਭਾਣੇ ਵਿੱਚ ਬਾਬਾ ਜੀ ਚਲਾਣਾ ਕਰ ਗਏ ਨੇ। ਇਹ ਖਬਰ ਜਦੋਂ ਗੁਰੂ ਸਾਹਿਬ ਕੋਲ ਪਹੁੰਚੀ, ਉਹ ਕਥਾ ਆਪਾਂ ਸਰਵਣ ਕਰੀਏ। ਮਨ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਜੋੜ ਕੇ ਬੜੇ ਪ੍ਰੇਮ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਲਹਿ ਸਦ ਤੂਰਨ ਸੁਰ ਸਰਬ। ਸਾਧ ਸੰਗਤ, ਜਦੋਂ ਬਾਬਾ ਜੀ ਚੋਲਾ ਛੱਡ ਗਏ, ਦੇਵਤਿਆਂ ਨੂੰ ਪਤਾ ਲੱਗਾ। ਉਹ ਸਾਰੇ ਹੀ ਦੇਵਤੇ ਆਪਣੇ ਆਪਣੇ ਵਿਮਾਨ ਲੈ ਕੇ ਬਾਬਾ ਜੀ ਦਾ ਸਵਾਗਤ ਕਰਨ ਵਾਸਤੇ ਆਏ ਹਨ। ਚੜੇ ਬਿਮਾਨ ਪਿਆਨ। ਵਿਮਾਨਾਂ ਤੇ ਆਪਣੀਆਂ ਆਪਣੀਆਂ ਸਵਾਰੀਆਂ ਤੇ ਪਿਆਨ ਕਰਕੇ ਆ ਪਹੁੰਚੇ ਹਨ। ਗੁਰ ਸੁਤ ਕੇਤਨ ਤਜਨ ਤੇ ਬਾਬਾ ਜੀ ਗੁਰਦਿੱਤਾ ਜੀ ਦੇ ਸਰੀਰ ਛੱਡਣ ਕਰਕੇ ਆਏ ਮੰਗਲ ਠਾਨ। ਆ ਕੇ ਬਾਬਾ ਜੀ ਦਾ ਉਤਸ਼ਾਹ ਦੇ ਨਾਲ ਸਵਾਗਤ ਕਰਦੇ ਹਨ। ਕਿਉਂਕਿ ਜਦੋਂ ਕੋਈ ਇਹੋ ਜਿਹੀ ਪਵਿੱਤਰ ਆਤਮਾ, ਨਾਮ ਜਪਣ ਵਾਲੀ ਰੂਹ
ਕੋਈ ਪਹੁੰਚਿਆ ਹੋਇਆ ਮਹਾਂਪੁਰਸ਼ ਇਸ ਸੰਸਾਰ ਵਿੱਚੋਂ ਜਾਂਦਾ ਹੈ ਤਾਂ ਉਹਦਾ ਸਵਾਗਤ ਕਰਨ ਲਈ ਦੇਵਤੇ ਆਉਂਦੇ ਹਨ। ਆਪਾਂ ਰੋਜ਼ ਪੜ੍ਹਦੇ ਹਾਂ, ਤੇਗ ਬਹਾਦਰ ਕੇ ਚਲਤ ਭਇਓ, ਜਗਤ ਕੋ ਸੋਖ ਹੈ ਸਭ ਜਗ ਪਇਓ। ਜੈ 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 ਸੁਰ ਲੋ। ਮਹਾਰਾਜ ਦੀ ਸਾਰੇ ਪਾਸੇ ਪਰਮੇਸ਼ਰ ਦੇ ਪਿਆਰਿਆਂ ਦੀ ਜੈ ਜੈਕਾਰ ਹੁੰਦੀ। ਸੋ ਦੇਵਤੇ ਬਾਬਾ ਜੀ ਦਾ ਸਵਾਗਤ ਕਰਨ ਲਈ ਆਏ ਹਨ। ਚੌਪਈ ਜੈ ਜੈ ਮੁਖ ਤੇ ਸ਼ਬਦ ਉਚਾਰੇ। ਦੇਵਤੇ ਕਹਿੰਦੇ ਜੈ ਹੋਵੇ ਬਾਬਾ ਗੁਰਦਿੱਤਾ ਜੀ ਦੀ ਜੈ ਹੋਵੇ। ਕੁਸਮਾ ਜਲ ਕੋ ਪਰ ਪਰ ਡਾਰੇ। ਔਰ ਸਾਧ ਸੰਗਤ ਜੀ, ਕੁਸਮਾਂਜਲ ਜਿਹੜੇ ਸਵਰਗ ਦੇ ਬਾਗ ਦੇ ਵਿੱਚ ਬੂਟੇ ਹਨ, ਉਹਨਾਂ ਨੂੰ ਜਿਹੜੇ ਫੁੱਲ ਲੱਗਦੇ ਹਨ, ਉਹਨਾਂ ਦੀਆਂ ਬੁੱਕਾਂ ਭਰ ਭਰ ਕੇ ਉਹ ਬਾਬਾ ਗੁਰਦਿੱਤਾ ਜੀ ਦੇ ਉੱਪਰ ਫੁੱਲਾਂ ਦੀ ਵਰਖਾ ਕਰਦੇ ਹਨ। ਅਨੇਕ ਅਪਸਰਾ ਹਰਖਤ ਨਾਚਾ ਹੈ। ਸਵਰਗ ਦੀਆਂ ਅਪਸਰਾਵਾਂ ਬੜੀ ਖੁਸ਼ੀ ਦੇ ਨਾਲ ਨੱਚਦੀਆਂ ਹਨ। ਬਾਣੀ ਵਿੱਚ ਬਚਨ ਆਉਂਦਾ, ਹਾ ਹਾ ਹੂ ਹੂ ਗੰਧਰਵ ਅਪਸਰਾ, ਆਨੰਦ ਮੰਗਲ ਧੁਨ ਗਾਵਨੀ ਨੀਕੀ, ਪ੍ਰਿਆ ਕੀ ਸੋਭ ਸੁਹਾਵਣੀ ਨੀਕੀ। ਬਾਬਾ ਜੀ ਦੇ ਸਵਾਗਤ ਵਾਸਤੇ ਦੇਵਤੇ ਸਾਰੇ ਹੀ ਹਾਜ਼ਰ ਹੋਏ ਹਨ। ਗਾਵਹਿ ਗੀਤ ਮਧੁਰ ਸੁਰ ਰਚ ਹੈ। ਮਿੱਠੀ ਸੁਰ ਦੇ ਵਿੱਚ ਗੀਤ ਗਾਉਂਦੀਆਂ ਹਨ ਤੇ ਸਵਾਗਤ ਕਰਦੀਆਂ ਹਨ। ਸਭਨ ਸਰਣ ਅਬ ਬੰਧਨ ਕੀਨ। ਸਾਰੇ ਦੇਵਤਿਆਂ ਨੇ ਹੱਥ ਜੋੜ ਜੋੜ ਕੇ ਬਾਬਾ ਜੀ ਨੂੰ ਨਮਸਕਾਰਾਂ ਕੀਤੀਆਂ ਹਨ। ਕਹਿਓ ਕਰਹੁ ਪ੍ਰਸਥਾਨ ਪ੍ਰਬੀਨ। ਔਰ ਬੇਨਤੀ ਕੀਤੀ, ਬਾਬਾ ਜੀ ਚਲੋ ਹੁਣ ਆਪਣੇ ਧਾਮ ਨੂੰ, ਸੱਚਖੰਡ ਨੂੰ ਪ੍ਰਸਥਾਨ ਕਰੋ। ਸਭ ਦੇਵਨ ਕੋ ਬੜ ਉਤਸਾਹੋ। ਸਾਰੇ ਦੇਵਤਿਆਂ ਨੂੰ ਬੜਾ ਉਤਸ਼ਾਹ ਹੈ, ਕਿਉਂਕਿ ਬਹੁਤ ਹੀ ਮਹਾਨ ਪਵਿੱਤਰ ਆਤਮਾ ਬਾਬਾ ਗੁਰਦਿੱਤਾ ਜੀ ਸੱਚਖੰਡ ਜਾ ਰਹੇ ਹਨ। ਸ਼ਬ ਆਗਮਨ ਜਾਣ ਕੈ ਪਾਹੂ। ਸਾਰੇ ਦੇਵਤੇ ਉਹਨਾਂ ਦਾ ਆਗਮਨ ਜਾਣ ਕੇ ਵੀ ਬਾਬਾ ਜੀ ਆਪਣੇ ਘਰ ਜਾ ਰਹੇ ਹਨ। ਕਬੀਰ ਸੰਤ ਮੂਏ ਕਿਆ ਰੋਈਐ, ਜੋ ਆਪਣੇ ਗ੍ਰਹਿ ਜਾਏ। ਮਹਾਂਪੁਰਸ਼ ਤਾਂ ਆਪਣੇ ਘਰ ਜਾਂਦੇ, ਸੱਚਖੰਡ ਜਾਂਦੇ ਆ, ਜਿੱਥੋਂ ਆਏ ਹੁੰਦੇ ਉੱਥੇ ਚਲੇ ਜਾਂਦੇ ਆ। ਸੋ ਬਾਬਾ ਜੀ ਦਾ ਆਗਮਨ ਜਾਣ ਕੇ ਸਾਰੇ ਦੇਵਤੇ ਨਮਸਕਾਰਾਂ ਕਰਦੇ ਹਨ। ਖਸ਼ਟਮ ਗੁਰ ਕੋ ਸਪਟ ਸਪੂਤ। ਇਹ 6ਵੇਂ ਪਾਤਸ਼ਾਹ ਦੇ ਪੁੱਤਰ ਹਨ। ਇਹ ਬੜੇ ਸੂਰਮੇ ਹਨ, ਯੋਧੇ ਹਨ। ਬਾਬਾ ਗੁਰਦਿੱਤਾ ਜੀ ਜੰਗਜੂ ਯੋਧੇ ਵੀ ਸਨ ਤੇ ਮਹਾਂਪੁਰਸ਼ ਬ੍ਰਹਮ ਗਿਆਨੀ ਤਤ ਬੇਤੇ ਵੀ ਸਨ। ਦੋਵੇਂ ਗੱਲਾਂ ਭਗਤੀ ਸ਼ਕਤੀ 'ਚ ਪੂਰੇ ਸਨ। ਹਰ ਕੰਮ ਉਹਨਾਂ ਦੇ ਵਿੱਚ, ਹਰ ਗੁਣ ਉਹਨਾਂ ਦੇ ਵਿੱਚ ਮੌਜੂਦ ਸੀ। ਹਾਂਜੀ, ਸਪਤਮ ਗੁਰ ਕੋ ਪਿਤ ਮਤ ਪੂਤ। ਇਹ 7ਵੇਂ ਪਾਤਸ਼ਾਹ ਦੇ ਪਿਤਾ ਸਨ ਤੇ 6ਵੇਂ ਪਾਤਸ਼ਾਹ ਦੇ ਪੁੱਤਰ ਸਨ। ਯਾਨੀ ਇਹਨਾਂ ਦੇ ਪਿਤਾ ਜੀ ਵੀ ਗੁਰੂ ਸਨ, ਇਹਨਾਂ ਦੇ ਪੁੱਤਰ ਵੀ ਅੱਗੋਂ ਗੁਰੂ ਬਣੇ ਹਨ। ਧੰਨ ਧੰਨ ਕਹਿ ਕਰ ਲੈ ਗਏ। ਸਾਰੀਆਂ ਦੇਵ ਲੋਕ ਦੀਆਂ ਜਿੰਨੀਆਂ ਵੀ ਸੰਗਤਾਂ ਆਈਆਂ ਸਨ, ਦੇਵਤੇ ਆਏ ਸਨ, ਉਹ ਇਸ ਕਰਕੇ ਬਾਬਾ ਜੀ ਨੂੰ ਧੰਨ ਧੰਨ ਕਹਿ ਕੇ ਸੱਚਖੰਡ ਲੈ ਗਏ ਹਨ। ਸਾਜ ਆਰਤੀ ਦਰਸਤ ਭਏ। ਉਹਨਾਂ ਨੇ ਬੜਾ ਮੰਗਲਾਚਾਰ ਕੀਤਾ। ਆਰਤੀ ਸਾਜ ਕੇ ਆਰਤੀ ਉਤਾਰੀ ਹੈ। ਸੰਖਨ ਕੀ ਧੁਨ ਘੰਟਨ ਕੀ, ਕਰ ਫੂਲਨ ਕੀ ਬਰਖਾ ਬਰਖਾਵੈ। ਆਰਤੀ ਕੋਟ ਕਰੈ ਸੁਰ ਸੁੰਦਰ, ਪੇਖ ਪੁਰੰਦਰ ਕੇ ਬਲ ਜਾਵੈ। ਬਾਬਾ ਗੁਰਦਿੱਤਾ ਜੀ ਦਾ ਬਹੁਤ ਸਨਮਾਨ ਕਰਦੇ ਹਨ। ਸਭ ਸੁਰ ਗਮਨੇ ਜਾਏ ਪਿਸ਼ਾਰੀ। ਬਾਬਾ ਜੀ ਦਾ ਵਿਮਾਨ ਅੱਗੇ ਜਾ ਰਿਹਾ ਹੈ ਔਰ ਦੇਵਤੇ ਪਿੱਛੇ ਪਿੱਛੇ ਤੁਰੇ ਜਾਂਦੇ। ਕੋਈ ਫੁੱਲਾਂ ਦੀ ਵਰਖਾ ਕਰਦਾ, ਕੋਈ ਸ਼ੰਖ ਵਜਾਉਂਦਾ ਹੈ, ਕੋਈ ਰਣ ਸਿੰਘੇ ਦੇ ਤੁਰਰੀਆਂ ਵਜਾਉਂਦੇ ਹਨ, ਕੋਈ ਗੀਤ ਗਾਉਂਦੇ ਹਨ, ਕੋਈ ਨਿਰਤ ਕਰਦੇ ਹਨ। ਬੜੇ ਪ੍ਰੇਮ ਦੇ ਨਾਲ ਬਾਬਾ ਜੀ ਨੂੰ ਲਈ ਜਾਂਦੇ ਹਨ। ਗੁਰਸਤ ਦੇ ਪਹਿ ਬਿਮਾਨ ਅਗਾਰੀ। ਬਾਬਾ ਜੀ, ਬਾਬਾ ਗੁਰਦਿੱਤਾ ਜੀ ਦਾ ਵਿਮਾਨ ਸਭ ਤੋਂ ਸੁੰਦਰ ਹੈ। ਜਿਹੜਾ ਦੇਵਲੋਕ ਤੋਂ ਆਇਆ ਹੈ, ਉਹਦੇ ਵਿੱਚ ਬਿਰਾਜਮਾਨ ਹੋ ਕੇ ਬਾਬਾ ਜੀ ਜਾ ਰਹੇ ਹਨ। ਤੇਜ ਸਹਿਤ ਸੂਰਜ ਜਨ ਜਾਈ। ਕਹਿੰਦੇ ਇਦਾਂ ਜਾ ਰਿਹਾ ਬਾਬਾ ਜੀ ਦਾ ਵਿਮਾਨ ਦੇਵਲੋਕ ਨੂੰ, ਮਾਨੋ ਸੂਰਜ ਤੁਰਿਆ ਜਾਂਦਾ ਹੋਵੇ। ਇਹ ਸਾਧ ਸੰਗਤ ਜੀ ਸਾਡੇ ਵਰਗਿਆਂ ਨੂੰ ਦਿਸਦਾ ਨਹੀਂ ਤੇ ਅਸੀਂ ਕਹਿ ਦਿੰਦੇ ਹੋ ਨਹੀਂ ਸਕਦਾ, ਪਰ ਜਿਨ੍ਹਾਂ ਅਨੁਭਵੀ ਪੁਰਸ਼ਾਂ ਦੀ ਅੱਖ ਖੁੱਲ੍ਹੀ ਹੁੰਦੀ ਹੈ, ਉਹਨਾਂ ਨੂੰ ਇਸ ਮੰਡਲ ਤੋਂ ਪਰਲਾ ਸਾਰਾ ਕੁਝ ਦਿਸਦਾ ਹੈ। ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਇਹ ਸਭ ਕੁਝ ਆਪਣੀਆਂ ਅਨੁਭਵ ਦੀਆਂ ਅੱਖਾਂ ਨਾਲ ਦੇਖਿਆ ਹੈ। ਇਹ ਦੋ ਅੱਖਾਂ ਨਾਲ ਦਿਸਣ ਵਾਲੀ ਚੀਜ਼ ਨਹੀਂ। ਚੰਮ ਦ੍ਰਿਸ਼ਟੀ ਵਾਲੀਆਂ ਜਿਹੜੀਆਂ ਦੋ ਅੱਖਾਂ ਸਾਡੇ ਕੋਲ ਹਨ,
ਇਹ ਸਾਰਾ ਕੁਝ ਨਹੀਂ ਦੇਖ ਸਕਦੀਆਂ। ਇਹ ਤਾਂ ਸੀਮਤ ਜਿਹਾ ਇਹਨਾਂ ਦਾ ਦਾਇਰਾ ਹੈ। ਵੱਧ ਤੋਂ ਵੱਧ ਮੀਲ 2 ਮੀਲ ਸਾਹਮਣੇ ਕੋਈ ਚੀਜ਼ ਹੋਵੇ ਤਾਂ ਦੇਖ ਸਕਦੀਆਂ ਨੇ, ਜਾਂ ਫਿਰ ਦੂਰਬੀਨ ਲਾ ਕੇ ਜਾਂ ਦੂਰਦਰਸ਼ਨ 'ਤੇ, ਟੈਲੀਵਿਜ਼ਨ 'ਤੇ ਜਾਂ ਕਿਸੇ ਹੋਰ ਤਰੀਕੇ ਨਾਲ ਦੂਰੋਂ ਦੇਖ ਸਕਦੀਆਂ ਨੇ। ਪਰ ਜੇ ਕਹੋ ਵੀ ਸਾਰਾ ਕੁਝ ਦੇਖ ਸਕਦੀਆਂ, ਸਾਰਾ ਕੁਝ ਸਾਡੀਆਂ ਅੱਖਾਂ ਨਹੀਂ ਦੇਖ ਸਕਦੀਆਂ। ਹੋਰ ਤੇ ਹੋਰ ਅੱਖਾਂ ਤੇ ਆਪਣੇ ਪਿਛਲੇ ਪਾਸੇ ਨਹੀਂ ਦੇਖ ਸਕਦੀਆਂ। ਅੱਖਾਂ ਦੇ ਪਿੱਛੇ ਕਿੰਨੀਆਂ ਨਾੜੀਆਂ ਹਨ। ਅਸੀਂ ਜਦੋਂ ਪ੍ਰਸ਼ਾਦਾ ਛਕਦੇ ਹਾਂ ਤੇ ਸਾਧ ਸੰਗਤ ਜੀ ਉਹਦਾ ਸਾਨੂੰ ਅਨੁਭਵ ਹੁੰਦਾ ਮੂੰਹ ਤੱਕ, ਵੀ ਮੂੰਹ ਦੇ ਵਿੱਚ ਉਹਦਾ ਸਵਾਦ ਕਿੱਦਾਂ ਦਾ, ਉੱਥੋਂ ਤੱਕ ਪਤਾ ਲੱਗਦਾ। ਉਸ ਤੋਂ ਬਾਅਦ ਥੱਲੇ ਜਾ ਕੇ ਉਹ ਕਿਹੜੀਆਂ ਕਿਹੜੀਆਂ ਨਾੜੀਆਂ ਵਿੱਚ ਕਿੱਥੇ ਕਿੱਥੇ ਘੁੰਮ ਰਿਹਾ ਤੇ ਕੀ ਕੀ ਕਰ ਰਿਹਾ, ਉਹਦਾ ਸਾਨੂੰ ਕੋਈ ਪਤਾ ਨਹੀਂ ਲੱਗਦਾ। ਸਾਰਾ ਪਤਾ ਸਾਨੂੰ ਕਿੱਥੇ ਹੈ? ਸਾਰਾ ਪਤਾ ਤਾਂ ਵਾਹਿਗੁਰੂ ਨੂੰ ਹੀ ਹੈ। ਇਸ ਕਰਕੇ ਜਦੋਂ ਕੋਈ ਮਹਾਂਪੁਰਸ਼ ਵਾਹਿਗੁਰੂ ਨਾਲ ਜੁੜ ਜਾਂਦਾ ਹੈ, ਉਹਦਾ ਅਨੁਭਵ, ਉਹਦੀ ਤੀਸਰੀ ਅੱਖ ਖੁੱਲ੍ਹਦੀ ਹੈ, ਉਹਨੂੰ ਫਿਰ ਪਰਲਾ ਤੇ ਉਰਲਾ ਸਾਰਾ ਪਾਸਾ ਦਿਸਦਾ ਹੈ। ਕਹਿੰਦੇ ਜਿਹੜੇ ਮਹਾਂਪੁਰਸ਼ ਜੋਗੀ ਪਹਿਲਾਂ ਆਪਣੇ ਸਰੀਰ ਨੂੰ ਅੰਦਰੋਂ ਦੇਖਦੇ ਹਨ। ਜਿਵੇਂ ਜਨਮ ਸਾਖੀ ਵਿੱਚ ਬਚਨ ਆਉਂਦੇ ਨਾ, ਸਿੱਧਾ ਨੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਪੁੱਛੇ ਤੇ ਉਹ ਸਵਾਲ ਅੰਦਰ ਬਾਰੇ ਸਨ, ਵੀ ਸਰੀਰ ਦੇ ਅੰਦਰ ਕੀ ਕੀ ਹੈ। ਉਦੋਂ ਅੱਜ ਕੱਲ੍ਹ ਵਰਗੀ ਮੈਡੀਕਲ ਸਾਇੰਸ ਚੀਰ ਫਾੜ ਵਾਲੇ ਵੀ ਕੋਈ ਨਹੀਂ ਸੀ। ਜਿਵੇਂ ਅੱਜ ਕੱਲ੍ਹ ਤਾਂ ਸਰਜਰੀ ਬਾਰੇ ਸਾਰਾ ਕੁਝ ਬੱਚਿਆਂ ਨੂੰ ਆਪਣੇ ਜਦੋਂ ਮੈਡੀਕਲ ਲਾਈਨ 'ਚ ਦਾਖਲ ਹੀ ਕਰਦੇ ਆ ਤੇ ਸਿਖਾ ਦਿੰਦੇ ਆ ਵੀ ਇਹ ਸਰੀਰ 'ਚ ਫਲਾਣੀ ਥਾਂ 'ਤੇ ਇੰਨੀਆਂ ਨਾੜੀਆਂ ਨੇ, ਇੰਨੀਆਂ ਹੱਡੀਆਂ ਨੇ, ਇੰਨੀਆਂ ਚੀਜ਼ਾਂ ਨੇ। ਪਰ ਉਸ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜੋ ਜਵਾਬ ਦਿੱਤੇ ਸੀ, ਅੱਜ ਡਾਕਟਰ ਵੀ ਉਹੀ ਗੱਲ ਦੱਸਦੇ ਆ ਵੀ ਉਹੀ ਕੁਛ ਹੈ। ਇਹਦਾ ਮਤਲਬ ਵੀ ਮਹਾਂਪੁਰਸ਼ ਅੰਦਰ ਵੀ ਜਾ ਸਕਦੇ ਆ, ਮਹਾਂਪੁਰਸ਼ ਬਾਹਰ ਵੀ ਜਾ ਸਕਦੇ। ਇੱਕ ਅਸੀਂ ਵਿਚਕਾਰਲੇ ਲੈਵਲ 'ਤੇ ਹਾਂ। ਮਨੁੱਖ ਜਿਹੜਾ ਹੈ ਉਹ ਵਿਚਕਾਰਲੇ ਲੈਵਲ 'ਤੇ ਹੈ। ਭਾਵ ਨਾ ਉੱਪਰ ਦੇਖ ਸਕਦਾ ਹੈ ਦੇਵਲੋਕ ਵਿੱਚ, ਤੇ ਨਾ ਥੱਲੇ ਆਪਣੇ ਅੰਦਰ ਕੀ ਹੈ ਉਹ ਵੀ ਨਹੀਂ ਦੇਖ ਸਕਦਾ। ਹਨੇਰੇ 'ਚ ਵੀ ਨਹੀਂ ਦੇਖ ਸਕਦਾ ਤੇ ਬਹੁਤੇ ਰੋਸ਼ਨੀ 'ਚ ਵੀ ਨਹੀਂ ਦੇਖ ਸਕਦਾ। ਇਹ ਤਾਂ ਬਸ ਆ ਮੱਧਮ ਜਿਹਾ ਸੰਸਾਰ ਦਿਸਦਾ ਥੋੜ੍ਹਾ ਜਿਹਾ। ਇੰਨੀ ਕੁ ਸਾਡੀ ਸੋਚ। ਜੋ ਇਹ ਗੱਲਾਂ ਆਈਆਂ ਨੇ ਦੇਵ ਮੰਡਲ ਦੀਆਂ, ਸੱਚਖੰਡ ਦੀਆਂ, ਇਹ ਸਾਧ ਸੰਗਤ ਦੀ ਅਨੁਭਵੀ ਮਹਾਂਪੁਰਸ਼ਾਂ ਨੂੰ ਅਨੁਭਵ ਹੁੰਦੀਆਂ ਨੇ। ਧਿਆਨ ਵਿੱਚੋਂ ਹੀ ਸਾਰਾ ਕੁਝ ਪ੍ਰਗਟ ਹੁੰਦਾ। ਧੁਨ ਮੈਂ ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਇਹ ਅਕਥ ਕਥਾ ਹੈ ਕਿ ਕਿਸ ਤਰ੍ਹਾਂ ਦੇਵਲੋਕ ਤੋਂ ਦੇਵਤੇ ਆਏ ਹਨ, ਆ ਕੇ ਬਾਬਾ ਜੀ ਦਾ ਸਵਾਗਤ ਕੀਤਾ ਹੈ, ਬਾਬਾ ਜੀ ਨੂੰ ਵਿਮਾਨ ਵਿੱਚ ਬਿਠਾਇਆ ਹੈ, ਬਾਬਾ ਜੀ ਦੀ ਪਵਿੱਤਰ ਆਤਮਾ ਦੇ ਉੱਤੇ ਚੌਰ ਕਰਦੇ ਨੇ, ਫੁੱਲਾਂ ਦੀ ਵਰਖਾ ਕਰਦੇ ਨੇ ਤੇ ਦੇਵਲੋਕ ਨੂੰ ਲਈ ਜਾਂਦੇ ਨੇ। ਕੀਰਪਾਨ ਉਡਗਣ ਸਮੁਦਾਈ। ਕਹਿੰਦੇ ਸਾਰੇ ਦੇਵਤੇ, ਸਾਰੇ ਗ੍ਰਹਿ ਨਛੱਤਰ, ਸਾਰੀਆਂ ਸ਼ਕਤੀਆਂ ਹਾਜ਼ਰ ਹੋ ਗਈਆਂ ਨੇ। ਜਹ ਜਹ ਸ਼ਕਤ ਸਰਣ ਕੀ ਜਾਵਨ। ਕਹਿੰਦੇ ਦੇਵਤਿਆਂ ਦੀ ਜਿੱਥੇ ਜਿੱਥੇ ਜਾਣ ਦੀ ਸ਼ਕਤੀ ਹੈ, ਕਿਉਂਕਿ 33 ਕਰੋੜ ਦੇਵਤਾ ਹਨ, 9 ਕਰੋੜ ਦੇਵੀਆਂ ਹਨ। ਇਹ ਜਿੰਨੀਆਂ ਸ਼ਕਤੀਆਂ ਹਨ, ਭਾਵੇਂ ਉਹ ਪੁਲਿੰਗ ਹਨ ਭਾਵੇਂ ਇਸਤਰੀ ਲਿੰਗ ਹਨ, ਹੈ ਤਾਂ ਅਕਾਲ ਪੁਰਖ ਦੀਆਂ ਸ਼ਕਤੀਆਂ ਸਾਰੀਆਂ। ਚੰਦ ਹੈ, ਸੂਰਜ ਹੈ, ਤਾਰੇ ਹਨ, ਹਵਾ ਹੈ, ਪਾਣੀ ਹੈ, ਅੱਗ ਹੈ, ਇਹ ਦੇਵਤੇ ਹਨ। ਰੋਜ਼ ਪੜ੍ਹਦੇ ਹਾਂ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵੇ। ਇਹ ਜਿਹੜੀਆਂ ਇਹਨਾਂ ਦਾ ਦਾਇਰਾ ਹੈ। ਜਿੱਥੋਂ ਜਿੱਥੋਂ ਤੱਕ ਜਾ ਸਕਦੇ ਉੱਥੋਂ ਤੱਕ ਜਾ ਸਕਦੇ, ਪਰਮੇਸ਼ਰ ਤੱਕ ਨਹੀਂ ਜਾ ਸਕਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬ੍ਰਹਮ ਤੱਕ ਅਕਾਲ ਪੁਰਖ ਨਿਰੰਕਾਰ ਜੋਤੀ ਸਰੂਪ ਜਿਹੜਾ ਸਭ ਤੋਂ ਵੱਡਾ ਦੇਵ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਪੰਡਤਾਂ ਨੇ ਪੁੱਛਿਆ ਸੀ ਬਨਾਰਸ ਦੇ ਵਿੱਚ, ਸੱਚੇ ਪਾਤਸ਼ਾਹ ਜੀ 33 ਕਰੋੜ ਦੇਵਤਿਆਂ 'ਚੋਂ ਵੱਡਾ ਦੇਵਤਾ ਕਿਸ ਨੂੰ ਮੰਨਦੇ ਹੋ? ਤਾਂ ਹਜ਼ੂਰ ਨੇ ਬਚਨ ਕਹੇ ਸੀ, ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ, ਆਤਮਾ ਵਾਸੁਦੇਵਸ। ਜੇ ਕੋਈ ਜਾਣੇ ਭਿਓ, ਨਾਨਕ ਤਾਂ ਕਾ ਦਾਸ ਹੈ, ਸੋਈ ਨਿਰੰਜਨ ਦੇਵ। ਕਹਿੰਦੇ ਸਾਰੇ ਦੇਵਤਿਆਂ 'ਚੋਂ ਆਤਮਦੇਵ ਹੀ ਵੱਡਾ ਹੈ। ਬਾਕੀ ਦੇਵਤੇ ਹੋਣ, ਆਤਮਦੇਵ ਹੋਵੇ ਨਾ, ਫਿਰ ਸੰਸਾਰ 'ਚ ਕੁਛ ਵੀ ਨਹੀਂ ਹੁੰਦਾ। ਸੋ ਆਤਮਦੇਵ ਹੀ ਪਰਮਾਤਮਾ ਦੇਵ ਹੈ। ਉਹਦੇ ਤੱਕ ਪਹੁੰਚ
ਧਿਆਨ ਵਾਲੇ ਮਹਾਂਪੁਰਸ਼ਾਂ ਸਾਧੂਆਂ ਅਨੁਭਵੀ ਜਨਾਂ ਦੀ ਹੁੰਦੀ ਹੈ। ਅਤੇ ਜਦੋਂ ਉੱਥੇ ਪਹੁੰਚਦੇ ਆ ਉਹ ਫਿਰ ਸਾਰੇ ਨਜ਼ਾਰੇ ਦੇਖਦੇ ਆ, ਉਹਨਾਂ ਨੂੰ ਪਤਾ ਲੱਗਦਾ ਵੀ ਪਰਮਾਤਮਾ ਤੱਕ ਕੋਈ ਨਹੀਂ ਅੱਪੜ ਸਕਦਾ ਦੇਵਤਿਆਂ ਵਿੱਚੋਂ। 33 ਕਰੋੜ ਦੇਵਤੇ ਫਿਰ ਮਾਇਆ ਦੇ ਚੱਕਰ 'ਚ ਹਨ। ਇਹ ਜਿਹੜੀ ਬਚਨ ਦੀ ਬਾਣੀ ਦੀ ਪੰਕਤੀ ਆਉਂਦੀ ਨਾ, ਮਾਇਆ ਮੋਹੇ ਦੇਵੀ ਸਭ ਦੇਵਾ, ਜਿੰਨੇ ਵੀ ਦੇਵੀ ਦੇਵਤੇ ਨੇ ਮਾਇਆ ਦੇ ਮੋਹੇ ਹੋਏ ਨੇ। ਇਹਨਾਂ ਦੀ ਪਹੁੰਚ ਜਿੱਥੋਂ ਤੱਕ ਹੈ ਉੱਥੋਂ ਤੱਕ ਜਾਂਦੇ, ਉਸ ਤੋਂ ਅੱਗੇ ਨਹੀਂ ਜਾ ਸਕਦੇ। ਸੋ ਬਾਬਾ ਗੁਰਦਿੱਤਾ ਜੀ ਜਿੱਥੇ ਪਹੁੰਚਣਾ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੇ ਸੱਚਖੰਡ ਵਿੱਚ, ਉੱਥੋਂ ਤੱਕ ਉਹਨਾਂ ਦੀ ਪਹੁੰਚ ਨਹੀਂ ਹੈ ਨਾ। ਉਹ ਆਪਣੇ ਆਪਣੇ ਮੰਡਲਾਂ ਤੱਕ, ਇੰਦਰਪੁਰੀ ਤੱਕ ਜਾਂਦਾ ਹੈ। ਬ੍ਰਹਮਾ ਜੀ ਬ੍ਰਹਮਪੁਰੀ ਤੱਕ ਜਾਂਦੇ ਹਨ, ਸ਼ਿਵ ਜੀ ਮਹਾਰਾਜ ਸ਼ਿਵਪੁਰੀ ਤੱਕ, ਵਿਸ਼ਨੂੰ ਭਗਵਾਨ ਬੈਕੁੰਠ ਧਾਮ ਤੱਕ। ਉਸ ਤੋਂ ਅੱਗੇ ਫਿਰ ਬ੍ਰਹਮ ਗਿਆਨੀ ਜਾਂਦਾ ਹੈ। ਹਾਂਜੀ, ਤਹਲਾ ਸਭ ਹਨ ਕੀਨ ਪਚਾਵਨ। ਜਿੱਥੇ ਜਿੱਥੇ ਤੱਕ ਦੇਵਤੇ ਜਾ ਸਕਦੇ ਹੈ, ਬਾਬਾ ਗੁਰਦਿੱਤਾ ਜੀ ਨੂੰ ਪਹੁੰਚਾ ਕੇ ਵਾਪਸ ਮੁੜ ਆਏ। ਕਰ ਕਰ ਬੰਧਨ ਹਟੇ ਪਿਸ਼ਾਰੀ, ਔਰ ਨਮਸਕਾਰ ਬੰਦਨਾ ਕਰਕੇ ਪਿੱਛੇ ਹਟ ਗਏ ਹਨ। ਗੁਰ ਸਤ ਗਮਨਿਓ ਜਾਤ ਅਗਾਰੀ। ਮਹਾਰਾਜ ਦਾ ਸਾਹਿਬਜ਼ਾਦਾ ਧੰਨ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਉਹ ਮਹਾਂਪੁਰਸ਼ ਅੱਗੇ ਜਾ ਰਹੇ, ਸਾਰਿਆਂ ਤੋਂ ਦੇਵਤਿਆਂ ਤੋਂ ਵੀ ਉੱਪਰ। ਸਭ ਸੁਰ ਪੁਰ ਕੋ ਹੇਰਤ ਜਾਏ। ਔਰ ਸਾਰੇ ਦੇਵਤਿਆਂ ਦੀਆਂ ਪੁਰੀਆਂ ਦੇਖ ਰਹੇ ਆ। ਸਾਧ ਸੰਗਤ ਜੀ, ਬ੍ਰਹਮ ਗਿਆਨੀ ਦ੍ਰਿਸ਼ਟੀ ਦਾ ਮਾਲਕ ਹੈ। ਬ੍ਰਹਮ ਦ੍ਰਿਸ਼ਟੀ ਨਾਲ ਉਹ ਸਾਰਿਆਂ ਨੂੰ ਦੇਖਦਾ, ਉਸ ਨੂੰ ਕੋਈ ਨਹੀਂ ਦੇਖ ਸਕਦਾ। ਉਹ ਐਸਾ ਦ੍ਰਿਸ਼ਟਾ ਹੈ, ਉਹ ਸਭ ਨੂੰ ਦੇਖਦਾ ਹੈ। ਜਿਵੇਂ ਸਾਧ ਸੰਗਤ ਜੀ, ਆਪਾਂ ਬੈਠੇ ਹਾਂ, ਆਪਣੇ ਆਲੇ ਦੁਆਲੇ ਜਿਹੜੀਆਂ ਚੀਜ਼ਾਂ ਪਈਆਂ ਨੇ, ਆਪਾਂ ਇਹਨਾਂ ਨੂੰ ਦੇਖ ਰਹੇ ਹਾਂ। ਆ ਥੱਲੇ ਕਾਰਪਟ ਵਿਛਿਆ, ਆਪਾਂ ਦੇਖ ਰਹੇ ਹਾਂ, ਪਰ ਇਹ ਤਾਂ ਨਹੀਂ ਆਪਾਂ ਨੂੰ ਦੇਖਦਾ। ਆਹ ਮਾਈਕ ਹੈ, ਅਸੀਂ ਇਹਨੂੰ ਦੇਖ ਰਹੇ ਹਾਂ, ਪਰ ਇਹ ਨਹੀਂ ਸਾਨੂੰ ਦੇਖ ਰਿਹਾ। ਇੱਦਾਂ ਜਿਹੜਾ ਬ੍ਰਹਮ ਗਿਆਨੀ ਹੈ, ਉਹ ਸਭ ਕੁਝ ਦੇਖਦਾ, ਉਹਨੂੰ ਕੋਈ ਨਹੀਂ ਦੇਖ ਸਕਦਾ, ਕਿਉਂਕਿ ਉਹ ਚੇਤਨ ਸਰੂਪ ਹੈ। ਦੇਵਤੇ ਉਹਦੇ ਸਾਹਮਣੇ ਜੜ ਹਨ। ਜੜ ਚੇਤਨਾ ਵੀ ਵੱਧ ਘੱਟ ਹੁੰਦੀ ਹੈ। ਜਿਵੇਂ ਸਾਧ ਸੰਗਤ ਜੀ, ਪੱਥਰ ਵਿੱਚ ਬਹੁਤੀ ਜ਼ਿਆਦਾ ਜੜਤਾ ਹੁੰਦੀ ਹੈ, ਉਸ ਤੋਂ ਘੱਟ ਫਿਰ ਮਿੱਟੀ 'ਚ ਹੁੰਦੀ ਹੈ। ਉਸ ਤੋਂ ਘੱਟ ਫਿਰ ਜਿਹੜੇ ਮਿੱਟੀ 'ਚੋਂ ਪੈਦਾ ਹੋਏ ਪੌਦੇ ਹਨ, ਬੂਟੇ ਹਨ, ਉਹਨਾਂ ਵਿੱਚ ਜੜਤਾ ਘਟਦੀ ਜਾਂਦੀ, ਚੇਤਨਾ ਵੱਧਦੀ ਜਾਂਦੀ ਹੈ। ਅਤੇ ਫਿਰ ਪੰਛੀਆਂ ਵਿੱਚ, ਪਸ਼ੂਆਂ ਵਿੱਚ ਅੱਗੇ ਫਿਰ ਉਹਨਾਂ ਦੇ ਐਵੇਂ ਕਈ ਕੈਟਾਗਰੀਆਂ ਨੇ। ਹਾਥੀ ਵਿੱਚ ਬਹੁਤ ਜ਼ਿਆਦਾ ਚੇਤਨਾ ਹੁੰਦੀ ਹੈ, ਗਊ ਵਿੱਚ ਬਹੁਤ ਜ਼ਿਆਦਾ ਚੇਤਨਾ ਹੁੰਦੀ ਹੈ, ਘੋੜੇ 'ਚ ਬਹੁਤ ਜ਼ਿਆਦਾ ਚੇਤਨਾ ਹੁੰਦੀ ਹੈ, ਕੁੱਤੇ 'ਚ ਬਹੁਤ ਜ਼ਿਆਦਾ ਚੇਤਨਾ ਹੁੰਦੀ ਹੈ, ਪਰ ਬੰਦੇ ਜਿੰਨੀ ਨਹੀਂ ਹੁੰਦੀ। ਬੰਦੇ ਵਿੱਚ ਉਸ ਤੋਂ ਜ਼ਿਆਦਾ ਹੁੰਦੀ। ਔਰ ਬੰਦਿਆਂ ਵਿੱਚ ਵੀ ਫਰਕ ਹੁੰਦਾ। ਇੱਕ ਬੰਦੇ ਨੂੰ ਇੰਨਾ ਹੀ ਪਤਾ ਹੁੰਦਾ ਵੀ ਕਮਾ ਲਿਆ, ਖਾ ਲਿਆ, ਸੌਂ ਲਿਆ, ਜ਼ਿੰਦਗੀ ਬਸ ਠੀਕ ਹੈ। ਅਤੇ ਕੁਛ ਬੰਦੇ ਇਹੋ ਜਿਹੇ ਹੁੰਦੇ ਆ ਜਿਹੜੇ ਬੜੀਆਂ ਕਾਢਾਂ ਕੱਢਦੇ ਆ ਸਾਇੰਸ ਦੀਆਂ, ਅਤੇ ਬੜੀਆਂ ਵੱਡੀਆਂ, ਕਿਤੇ ਇੰਟਰਨੈਟ ਬਣਾ ਦਿੰਦੇ ਆ, ਕਿਤੇ ਹਵਾਈ ਜਹਾਜ਼ ਬਣਾ ਦਿੰਦੇ, ਉਹ ਵੀ ਬੰਦੇ ਹੀ ਹੁੰਦੇ ਆ, ਪਰ ਚੇਤਨਾ 'ਚ ਫਰਕ ਹੁੰਦਾ। ਇਹ ਪਰ ਸਭ ਤੋਂ ਜ਼ਿਆਦਾ ਚੇਤਨਾ ਬ੍ਰਹਮ ਗਿਆਨੀ ਦੀ ਹੁੰਦੀ ਹੈ, ਜਿਹੜਾ ਆਪਣੇ ਆਪ ਨੂੰ ਜਾਣ ਲੈਂਦਾ ਮੈਂ ਕੌਣ ਹਾਂ। ਸਾਇੰਸਦਾਨ, ਡਾਕਟਰ, ਵਕੀਲ, ਜੱਜ ਬਹੁਤ ਜ਼ਿਆਦਾ ਚੇਤਨ ਹਨ, ਬਹੁਤ ਜ਼ਿਆਦਾ, ਪਰ ਆਪਣੇ ਆਪ ਨੂੰ ਨਹੀਂ ਜਾਣ ਸਕਦੇ। ਬ੍ਰਹਮ ਗਿਆਨੀ ਆਪਣੇ ਸਰੂਪ ਨੂੰ ਜਾਣਦਾ, ਜੋ ਉਹ ਜਾਣਦਾ ਉਹ ਦੂਜਾ ਕੋਈ ਜਾਣਦਾ ਨਹੀਂ। ਇਸ ਕਰਕੇ ਕਿਹਾ ਗਿਆ ਹੈ, ਬਾਬਾ ਗੁਰਦਿੱਤਾ ਸਾਹਿਬ ਜੀ ਦੀ ਜਿੱਥੇ ਪਹੁੰਚ ਹੈ, ਉੱਥੇ ਕਿਸੇ ਹੋਰ ਦੀ ਪਹੁੰਚ ਨਹੀਂ ਹੈ। ਹਾਂਜੀ, ਅਤ ਆਨੰਦ ਕੋ ਹਿਰਦੇ ਸਮਾਏ। ਅਤ ਆਨੰਦ ਕੋ ਹਿਰਦੇ ਸਮਾਏ, ਪੂਰਨ ਆਨੰਦ ਦੀ ਅਵਸਥਾ ਹੈ, ਜਿਸ ਦਾ ਬਿਆਨ ਕੋਈ ਵੀ ਨਹੀਂ ਕਰ ਸਕਦਾ। ਵੇਦ ਵੀ ਨਹੀਂ ਕਹਿ ਸਕਦੇ, ਸ਼ਾਸਤਰ ਵੀ ਨਹੀਂ ਕਹਿ ਸਕਦੇ। ਜਾਣੀ ਜਾ ਸਕਦੀ ਹੈ, ਕਈ ਨਹੀਂ ਜਾ ਸਕਦੀ ਉਹ ਅਵਸਥਾ। ਬਸ ਉਹ ਤਾਂ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ, ਉੱਥੇ ਜਾ ਕੇ ਸਮਾ ਗਏ ਹਨ। ਉਹ ਅਵਸਥਾ ਹੈ ਅਕਾਲ ਪੁਰਖ ਦੀ, ਪਰਮੇਸ਼ਰ ਦੀ, ਬ੍ਰਹਮ ਦੀ, ਨਿਰੰਕਾਰ ਦੀ। ਉਹ ਬਾਣੀ 'ਚ ਬਚਨ ਆਉਂਦਾ, ਨਿਰੰਕਾਰ ਕੇ ਦੇਸ ਜਾਹੇ ਤਾਂ ਸੁਖ ਲਹੈ ਮਹੱਲ। ਉਸ ਮਹਿਲ ਵਿੱਚ ਪਹੁੰਚ ਗਏ ਹਨ, ਉਸ ਘਰ ਵਿੱਚ ਪਹੁੰਚ ਗਏ ਹਨ, ਜਿੱਥੇ ਜਾ ਕੇ ਮੁੜ ਕੇ ਆਉਣਾ ਨਹੀਂ ਹੁੰਦਾ। ਜਦੋਂ ਉਹ ਜੋਤ ਵਿੱਚ ਜੋਤ ਰਲ ਜਾਂਦੀ ਹੈ, ਉਹ ਅਭੇਦਤਾ ਪ੍ਰਾਪਤ ਹੋ ਜਾਂਦੀ ਹੈ। ਫਿਰ ਮਹਾਰਾਜ ਕਹਿੰਦੇ, ਬਹੁਰ ਹਮ ਕਾਹੇ ਆਵੇਂਗੇ, ਆਵਣ ਜਾਣਾ ਹੁਕਮ ਤਿਸੈ ਕਾ, ਹੁਕਮੈ ਬੁੱਝ ਸਮਾਵੇਂਗੇ।
ਉਸ ਅਵਸਥਾ 'ਚ ਪਹੁੰਚ ਗਏ ਹਨ। ਮਹਾਂਪੁਰਸ਼ ਬ੍ਰਹਮ ਗਿਆਨੀ ਬਾਬਾ ਗੁਰਦਿੱਤਾ ਸਾਹਿਬ ਜੀ। ਪੁਨ ਗੁਰ ਪਰਲੋ ਪਹੁੰਚਿਓ ਜਾਈ। ਫਿਰ ਗੁਰੂ ਦੀ ਪੁਰੀ ਹੈ ਸਾਧ ਸੰਗਤ ਜੀ। ਬ੍ਰਹਮ ਗਿਆਨੀ ਤੋਂ ਉੱਪਰ ਫਿਰ ਉਹ ਬ੍ਰਹਮ ਗਿਆਨੀ ਬਣਾਉਣ ਵਾਲਾ ਗੁਰੂ ਹੈ। ਜੇ ਗੁਰੂ ਨਾ ਹੋਵੇ ਤੇ ਸਾਨੂੰ ਬ੍ਰਹਮ ਗਿਆਨ ਕਿੱਥੋਂ ਮਿਲੇ? ਉਹ ਗੁਰੂ ਨਾਨਕ ਦੀ ਨਗਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਰ ਰਾਖੀ ਮੇਰੀ। ਫਿਰ ਉੱਥੇ ਜਾ ਪਹੁੰਚੇ ਹਨ ਬਾਬਾ ਗੁਰਦਿੱਤਾ ਜੀ। ਮਿਲੇ ਸਭਨ ਸੋ ਬੰਧਨ ਗਾਈ। ਉੱਥੇ ਜਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹਨ। ਜਾ ਕੇ ਨਮਸਕਾਰ ਕੀਤੀ ਹੈ। ਉਸ ਨਿਰੰਕਾਰ ਸਰੂਪ ਵਿੱਚ ਅਭੇਦ ਹੋ ਗਏ ਹਨ। ਅਚੁੱਤ ਪਦ ਮਹਿ ਜਾਏ ਬਿਰਾਜੇ। ਜਿਹੜਾ ਪਦ ਅਚੁੱਤ ਹੈ, ਜੋ ਚਿਉਤ ਨਹੀਂ ਹੁੰਦਾ। ਚਿਉਤ ਮੈਨੇ ਡਿੱਗਣਾ, ਅਚੁੱਤ ਮੈਨੇ ਜੋ ਨਾ ਡਿੱਗੇ। ਇਸ ਸੰਸਾਰ ਦੇ ਵਿੱਚ ਜਿੰਨੀਆਂ ਵੀ ਪਦਵੀਆਂ ਨੇ ਉਹ ਡਿੱਗ ਪੈਂਦੀਆਂ ਨੇ, ਗਿਰ ਜਾਂਦੀਆਂ ਨੇ। ਕੋਈ ਰਾਸ਼ਟਰਪਤੀ ਵੀ ਬਣ ਜਾਵੇ 4-5 ਸਾਲ ਬਾਅਦ ਉਹਦੀ ਵੀ ਕੁਰਸੀ ਖੁੱਸ ਜਾਂਦੀ ਹੈ। ਜੇ ਕੋਈ ਕਹਿੰਦੇ ਵੀ ਇੰਦਰ ਦੀ ਪੁਰੀ ਤੇ ਜਾ ਕੇ ਵੀ ਬਹਿ ਜਾਵੇ, ਇੰਦਰ ਦੇਵਤਾ ਵੀ ਉਹਦਾ ਰਾਜ ਲੈ ਲਵੇ, ਜਿੰਨਾ ਚਿਰ ਉਹਨੇ ਪੁੰਨ ਕੀਤੇ ਨੇ ਓਨਾ ਚਿਰ ਉੱਥੇ ਰਹਿੰਦਾ ਹੈ। ਜਦੋਂ ਉਹਦਾ ਪੁੰਨ ਖਤਮ ਹੋ ਜਾਵੇ ਉਹਨੂੰ ਇੰਦਰਪੁਰੀ ਚੋਂ ਵੀ ਕੱਢ ਦਿੰਦੇ। ਇੱਕ ਕਥਾ ਪੁਰਾਣਾ 'ਚ ਆਉਂਦੀ ਹੈ ਰਾਜਾ ਜਜਾਤੀ ਦੀ। ਉਹ ਕਹਿੰਦੇ ਸਵਰਗਾਂ ਦਾ ਰਾਜਾ ਬਣ ਗਿਆ ਸੀ, ਸਵਰਗ 'ਤੇ ਕਬਜ਼ਾ ਕਰ ਲਿਆ ਸੀ। ਅਤੇ ਫਿਰ ਉਹਦਾ ਦਿਲ ਹੋਰ ਬੇਈਮਾਨ ਹੋ ਗਿਆ। ਉਹਨੇ ਇੰਦਰ ਤਾਂ ਭਜਾ ਦਿੱਤਾ ਸੀਗਾ। ਫਿਰ ਉਹਦੇ ਦਿਲ 'ਚ ਆਈ ਵੀ ਇੰਦਰ ਦੀ ਘਰ ਵਾਲੀ ਬੜੀ ਸੁੰਦਰ ਹੈ, ਮੈਂ ਉਹਨੂੰ ਵੀ ਆਪਣੇ ਘਰ ਪਾ ਲਵਾਂ। ਉਹਨੇ ਉਹਨੂੰ ਸੁਨੇਹਾ ਦਿੱਤਾ ਵੀ ਤੂੰ ਮੇਰੇ ਨਾਲ ਵਿਆਹ ਕਰਾ ਹੁਣ। ਉਹ ਕਹਿਣ ਲੱਗੀ ਵੀ ਮੈਂ ਕਰਾ ਤਾਂ ਲਵਾਂਗੀ, ਪਰ ਤੈਨੂੰ ਮੇਰੇ ਘਰ ਚੱਲ ਕੇ ਆਉਣਾ ਪਵੇਗਾ। ਆਉਣਾ ਕਿਵੇਂ ਪਵੇਗਾ? ਵੀ ਜਿਹੜੀ ਪਾਲਕੀ 'ਚ ਬਹਿ ਕੇ ਆਵੇਂਗਾ ਉਹ ਪਾਲਕੀ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ ਮੋਢਿਆਂ 'ਤੇ ਹੋਣੀ ਚਾਹੀਦੀ ਹੈ। ਹੋਰ ਬੰਦਾ ਜਦੋਂ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਫਿਰ ਸਾਰੇ ਹੀ ਪਾਪ ਕਰ ਲੈਂਦਾ। ਉਹਨੇ ਕੀ ਕੀਤਾ? ਉਹਨੇ ਆਖਿਆ ਵੀ ਚਲੋ ਬ੍ਰਹਮ ਗਿਆਨੀ ਫੜ ਲੈਂਦੇ ਆ। ਉਹਨੇ 5-7 ਸਾਧੂ ਬ੍ਰਹਮ ਗਿਆਨੀ ਫੜੇ। ਕਹਿੰਦਾ ਚੱਕੋ ਮੇਰੀ ਪਾਲਕੀ। ਹੁਣ ਉਹਨੂੰ ਇਹ ਤਾਂ ਸਮਝ ਨਹੀਂ ਵੀ ਇਹ ਇੰਦਰਾਣੀ ਮੇਰੇ ਨਾਲ ਕਿਹੜਾ ਛਲ ਕਰਨ ਲੱਗੀ ਹੈ। ਉਹ ਬਹਿ ਗਿਆ ਪਾਲਕੀ 'ਚ, ਸਾਧੂਆਂ ਨੇ ਚੁੱਕ ਲਈ। ਜਿੰਨੇ ਪੁੰਨ ਸੀ ਉੱਥੇ ਖਤਮ ਹੋ ਗਏ। ਪੁੰਨ ਖਤਮ ਹੋ ਗਏ, ਪਾਪ ਰਹਿ ਗਏ। ਉੱਤੋਂ ਸਵਰਗ ਤੋਂ ਚੁੱਕ ਕੇ ਮਾਰਿਆ ਧਰਤੀ 'ਤੇ, ਚੱਲ ਕੁਛ ਵੀ ਨਹੀਂ ਰਿਹਾ। ਇੰਦਰ ਦੀ ਪੁਰੀ 'ਤੇ ਪਹੁੰਚ ਕੇ ਵੀ ਥੱਲੇ ਆ ਜਾਂਦਾ, ਬ੍ਰਹਮਪੁਰੀ 'ਤੇ ਵੀ ਪਹੁੰਚ ਜਾਵੇ ਥੱਲੇ ਆ ਜਾਂਦਾ, ਪਰ ਗੁਰੂ ਦੀ ਪੁਰੀ 'ਤੇ ਪਹੁੰਚ ਕੇ ਵਾਪਸ ਨਹੀਂ ਆਉਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਬਚਨ ਆਉਂਦਾ ਹੈ, ਕਬਹੂ ਸਾਧ ਸੰਗਤ ਇਹੋ ਪਾਵੈ, ਉਸ ਸਥਾਨ 'ਤੇ ਬੌਰ ਨਾ ਆਵੈ। ਅੰਤਰ ਹੋਏ ਗਿਆਨ ਪ੍ਰਗਾਸ਼, ਉਸ ਸਥਾਨ ਕਾ ਨਹੀਂ ਵਿਨਾਸ਼। ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਵਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਹਾਂਜੀ, ਜਿਨ ਕੇ ਨਾਮ ਲੇਤ ਅਗ ਭਾਜੇ। ਜਿਨ੍ਹਾਂ ਦਾ ਨਾਂ ਲੈਣ ਦੇ ਨਾਲ ਹੀ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਇਤ ਕੀਰਤ ਪੁਰ ਮਹਜੇ ਦਾਸ। ਉਹ ਬਾਬਾ ਗੁਰਦਿੱਤਾ ਜੀ ਗੁਰੂ ਨਾਨਕ ਦੇ ਚਰਨਾਂ 'ਚ ਲੀਨ ਹੋ ਗਏ, ਜੋਤੀ ਜੋਤ ਸਮਾ ਗਏ। ਹੁਣ ਇੱਧਰ ਗੁਰੂ ਕੀ ਨਗਰੀ ਕੀਰਤਪੁਰ ਸਾਹਿਬ ਦੀ ਕਥਾ ਸੁਣੋ। ਜਿਹੜੇ ਗੁਰੂ ਘਰ ਦੇ ਸੇਵਾਦਾਰ, ਗੁਰੂ ਘਰ ਦੇ ਸਿੱਖ ਹਨ, ਸੇਵਾ ਹੇਤ ਰਹਿਤ ਨਿਤ ਪਾਸ। ਜਿਹੜੇ ਬਾਬਾ ਜੀ ਦੀ ਸੇਵਾ 'ਚ ਰਹਿੰਦੇ ਸੀ, ਬਾਬਾ ਗੁਰਦਿੱਤਾ ਜੀ ਦੇ ਗੜਵਈ ਸਨ। ਹਰ ਵੇਲੇ ਖਿਆਲ ਰੱਖਦੇ ਸਨ ਬਾਬਾ ਜੀ ਨੇ ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ, ਬਾਬਾ ਜੀ ਨੂੰ ਕੀ ਚਾਹੀਦਾ ਹੈ। ਉਹਨਾਂ ਦੀ ਡਿਊਟੀ ਸੀ ਉਹ ਵੇਖਣ ਕਿ ਬਾਬਾ ਜੀ ਕਿੱਥੇ ਚਲੇ ਗਏ। ਬਾਬਾ ਜੀ ਨੂੰ ਪ੍ਰਸ਼ਾਦਾ ਛਕਾਉਣਾ ਸੀ, ਬਾਬਾ ਜੀ ਨੂੰ ਇਸ਼ਨਾਨ ਕਰਾਉਣਾ ਸੀ, ਬਾਬਾ ਜੀ ਦੇ ਬਸਤਰ ਬਦਲਣੇ ਸੀ। ਸੇਵਾਦਾਰ ਜਿਹੜੇ ਸਨ ਉਹ ਵਿਚਾਰੇ ਬਾਬਾ ਗੁਰਦਿੱਤਾ ਜੀ ਨੂੰ ਲੱਭਦੇ ਫਿਰਦੇ ਹਨ। ਲਗੇ ਬਿਲੋਕਨ ਦ੍ਰਿਸ਼ਟ ਨ ਆਵੈ। ਇੱਧਰ ਉੱਧਰ ਵੇਖਣ ਲੱਗ ਪਏ ਸੇਵਾਦਾਰ, ਬਾਬਾ ਜੀ ਦਿਸਦੇ ਨਹੀਂ। ਇਤ ਉਤ ਖੋਜਤ ਕਹੂ ਨ ਪਾਵੈ। ਸਾਰੇ ਘਰ 'ਚ ਦੇਖਿਆ, ਬਾਹਰ ਦੇਖਿਆ, ਪੁੱਛਿਆ ਗਿੱਛਿਆ ਵੀ ਬਾਬਾ ਜੀ ਕਿੱਥੇ ਚਲੇ ਗਏ। ਬੂਝਤ ਵਿਚਰਤ ਜਹ ਕਹਿ ਜਾਏ। ਜਦੋਂ ਕੀਰਤਪੁਰ ਸਾਹਿਬ ਨਗਰੀ ਦੇ ਵਿੱਚ ਪੁੱਛਦੇ, ਇੱਧਰ ਉੱਧਰ ਫਿਰਦੇ ਹਨ। ਜਿਨਹੁ ਪਖੇਤਨ ਦੀਨ ਬਤਾਏ। ਜਿਨ੍ਹਾਂ ਨੇ ਵੇਖਿਆ ਸੀ ਜਾਂਦੇ ਹੋਇਆਂ ਨੂੰ, ਉਹਨਾਂ ਨੇ ਦੇਖ ਦੱਸਿਆ। ਪੁਰ ਤੇ ਵਹਿਰ ਗਏ ਗਿਰ ਔਰ। ਉਹਨਾਂ ਨੇ ਦੱਸਿਆ ਵੀ ਬਾਬਾ ਜੀ
ਅਸੀਂ ਦੇਖੇ ਸੀਗੇ ਉਹ ਪਹਾੜ ਵੱਲ ਜਾ ਰਹੇ ਸੀ, ਇਕੱਲੇ ਹੀ ਤੁਰੇ ਜਾਂਦੇ ਸੀ, ਏਕਾਕੀ ਸਭ ਸੰਗੀ ਸ਼ੋਰ। ਕੋਈ ਨਾਲ ਨਹੀਂ ਸੀ, ਬਿਲਕੁਲ ਇਕੱਲੇ ਹੀ ਸੀਗੇ। ਤੇ ਅਸੀਂ ਨਮਸਕਾਰ ਕੀਤੀ ਸੀ ਪਰ ਬੋਲੇ ਨਹੀਂ, ਆਪਣੀ ਮਸਤ ਚਾਲ ਵਿੱਚ ਗੁਪਤ ਚਲੇ ਗਏ। ਅੱਜ ਪਹਿਲੇ ਵਰਗਾ ਰਵੱਈਆ ਨਹੀਂ ਸੀ, ਜਿਵੇਂ ਅੱਗੇ ਤਾਂ ਸਭ ਨੂੰ ਹੱਸ ਖੇਡ ਕੇ ਮਿਲਦੇ ਸਨ, ਅੱਜ ਕਿਸੇ ਨਾਲ ਗੱਲਬਾਤ ਨਹੀਂ ਕੀਤੀ, ਚੁੱਪ ਚਪੀਤੇ ਜਾ ਰਹੇ ਸਨ। ਅਸੀਂ ਵੇਖੇ ਹਨ, ਕੁਝ ਬੰਦਿਆਂ ਨੇ ਦੱਸ ਦਿੱਤਾ। ਸੁਨਤ ਦਾਸ ਹਿਤ ਸੇਵਾ ਧਾਏ। ਇਹ ਸੁਣ ਕੇ ਜਿਹੜੇ ਦਾਸ ਸੀਗੇ ਸੇਵਾਦਾਰ, ਉਹ ਪਿੱਛੇ ਪਿੱਛੇ ਪਹਾੜ ਵੱਲ ਦੌੜੇ। ਹਮਹੁ ਪ੍ਰਤੀਖਤ ਹੋਇ ਇਕ ਥਾਏ। ਉਹ ਵਿਚਾਰਿਆਂ ਨੂੰ ਇਹ ਸੀ ਵੀ ਬਾਬਾ ਜੀ ਸਾਨੂੰ ਉਡੀਕਦੇ ਹੋਣਗੇ, ਅਸੀਂ ਬਾਬਾ ਜੀ ਦੇ ਗੜਵਾਈ ਹਾਂ, ਪ੍ਰਸ਼ਾਦਾ ਛਕਾਉਣਾ, ਜਲ ਛਕਾਉਣਾ, ਹੋਰ ਕਈ ਤਰ੍ਹਾਂ ਦੀ ਸੇਵਾ ਬਾਬਾ ਜੀ ਦੀ ਸਾਡੀ ਜ਼ਿੰਮੇਵਾਰੀ ਕਰਨ ਦੀ। ਉਹ ਬਾਬਾ ਜੀ ਉੱਥੇ ਇਕੱਲੇ ਚਲੇ ਗਏ, ਉਹ ਸੇਵਾਦਾਰ ਵਿਚਾਰੇ ਪਿੱਛੇ ਪਿੱਛੇ ਪਹਾੜ ਨੂੰ ਚੜੇ ਹਨ। ਉਤਹੁ ਗਏ ਸੋ ਬੂਝਤ ਦਾਸ। ਹਾਂ, ਜਦੋਂ ਪੁੱਛਿਆ ਵੀ ਕਿੱਧਰ ਗਏ ਤੇ ਲੋਕਾਂ ਨੇ ਆਖਿਆ ਉਹ ਉਧਰ ਗਏ ਪਹਾੜ ਵੱਲ। ਚੜੇ ਉਤੰਗ ਥਾਨ ਤਿਸ ਪਾਸ। ਜਿੱਧਰ ਲੋਕਾਂ ਨੇ ਦੱਸਿਆ ਸੀ ਪਹਾੜ ਦੀ ਚੋਟੀ ਉੱਚੀ ਹੈ ਕਾਫੀ। ਹੁਣ ਵੀ ਉਹ ਕੀਰਤਪੁਰ ਸਾਹਿਬ, ਜਦੋਂ ਤੁਸੀਂ ਬਾਬੇ ਗੁਰਦਿੱਤੇ ਦੇ ਦੇਹਰੇ ਜਾਣਾ ਹੋਵੇ, ਇੱਕ ਪਾਸਿਓਂ ਦੀ ਤੇ ਪੌੜੀਆਂ ਬਹੁਤ ਉੱਚੀਆਂ ਨੇ। ਜੋ ਬਾਬਾ ਸ੍ਰੀ ਚੰਦ ਜੀ ਵਾਲਾ ਦਰਬਾਰ ਹੈ, ਇੱਧਰੋਂ ਚੜ੍ਹੀਏ ਤੇ ਪੌੜੀ ਤੇ ਜਾਣਾ ਪੈਂਦਾ। ਉਹ ਪਰਲੇ ਪਾਸਿਓਂ ਕਹਿੰਦੇ ਅੱਜ ਕੱਲ੍ਹ ਗੱਡੀਆਂ ਵੀ ਆ ਜਾਂਦੀਆਂ, ਪਰ ਅਸੀਂ ਤਾਂ ਜ਼ਿਆਦਾਤਰ ਪੈਦਲ ਹੀ ਥੱਲਿਓਂ ਪੌੜੀ ਤੇ ਹੀ ਗਏ ਹਾਂ ਕਈ ਵਾਰੀ। ਸੋ ਉਹ ਪੌੜੀਆਂ ਕਾਫੀ ਜ਼ਿਆਦਾ ਹਨ। ਉਹ ਪਹਾੜ ਤੇ ਸਿੱਖ ਚੜ੍ਹੇ ਹਨ। ਜਾਏ ਵੇ ਲੋਕ ਪੌੜਨ ਕਰੇ। ਜਾ ਕੇ ਦੇਖਿਆ ਕਿ ਬਾਬਾ ਜੀ ਤਾਂ ਲੰਮੇ ਪਏ ਹਨ। ਕਹਾਂ ਕੀਨ ਅਵਨੀ ਪਰ ਪਰੇ। ਇਹ ਕੀ ਗੱਲ, ਧਰਤੀ ਤੇ ਕਿਉਂ ਪਏ ਹਨ? ਕੋਈ ਅੱਗੇ ਤਾਂ ਇਦਾਂ ਨਹੀਂ ਪਏ ਕਦੀ, ਤੇ ਕੱਪੜਾ ਉੱਪਰ ਲੈ ਕੇ ਲੰਮੇ ਪਏ ਹੋਏ ਹਨ। ਸਦਨ ਭਰਿਆੰਕ ਸ਼ੋਰ ਕਰ ਆਏ। ਘਰ ਐਡੇ ਐਡੇ ਸੋਹਣੇ ਪਲੰਘ ਹਨ, ਸੁੰਦਰ ਸੇਜਾ ਨਵਾਰੀ ਪਲੰਘਾਂ ਨੂੰ ਛੱਡ ਕੇ ਬਾਬਾ ਜੀ ਧਰਤੀ ਤੇ ਕਿਉਂ ਆ ਕੇ ਬਹਿ ਗਏ ਹਨ? ਹਮ ਕਿਸਹੂ ਕੋ ਸੰਗ ਨ ਲਿਆਏ। ਸਾਨੂੰ ਵੀ ਨਾਲ ਨਹੀਂ ਲੈ ਕੇ ਆਏ। ਸੇਵਾਦਾਰ ਆਪਸ ਵਿੱਚ ਪੁੱਛ ਗੱਲਾਂ ਕਰਦੇ ਦੂਰੋਂ ਦੇਖ ਕੇ। ਕਰ ਤੁਰਨ ਤਾ ਨਿਕਟ ਸੁਜਾਏ। ਸੋ ਛੇਤੀ ਨਾਲ ਉਹ ਸੇਵਾਦਾਰ ਨੇੜੇ ਪਹੁੰਚੇ ਹਨ। ਲੱਗੇ ਬਿਲੋਕਨ ਸਵਾਸ ਨ ਆਏ। ਜਦੋਂ ਨੇੜੇ ਵੇਖਿਆ ਜਾ ਕੇ ਤੇ ਬਾਬਾ ਜੀ ਦੇ ਸਵਾਸ ਨਹੀਂ ਆ ਰਹੇ, ਸਰੀਰ ਵਿੱਚ ਸਾਹ ਨਹੀਂ ਚੱਲ ਰਹੇ, ਸਰੀਰ ਜਿਹੜਾ ਹੈ ਉਹ ਚੇਤਨ ਨਹੀਂ ਹੈ। ਇਹ ਦੇਖਿਆ ਸਿੱਖਾਂ ਨੇ। ਬਿਸਮੇ ਬਹੁਰ ਹੱਥ ਲਗਾਇਓ। ਕਹਿੰਦੇ ਬੜੇ ਹੈਰਾਨ ਜੇ ਹੋਏ ਵੀ ਸਵਾਸ, ਕਿਉਂਕਿ ਜਦੋਂ ਕੋਈ ਬੰਦਾ ਸੁੱਤਾ ਹੋਵੇ ਤਾਂ ਉਹਦੀ ਛਾਤੀ ਤੋਂ ਪਤਾ ਲੱਗ ਜਾਂਦਾ ਵੀ ਉੱਪਰ ਥੱਲੇ ਹੁੰਦੀ, ਫੇਫੜੇ ਜਦੋਂ ਹਿਲਦੇ ਆ ਵੀ ਸਾਹ ਚੱਲ ਰਿਹਾ, ਪਰ ਉਹਨਾਂ ਨੂੰ ਲੱਗਾ ਵੀ ਸਾਹ ਨਹੀਂ ਚੱਲ ਰਿਹਾ। ਉਹਨਾਂ ਨੇ ਨੇੜੇ ਹੋ ਕੇ ਫਿਰ ਦੇਖਿਆ ਚੰਗੀ ਤਰ੍ਹਾਂ, ਪੱਕਾ ਹੋ ਗਿਆ ਵੀ ਸਵਾਸ ਨਹੀਂ ਆ ਰਹੇ। ਚਰਨ ਪਲੋਟਤ ਚਹਤ ਜਗਾਇਓ। ਉਹ ਫਿਰ ਚਰਨ ਝਸਣ ਲੱਗ ਪਏ ਵਿਚਾਰੇ। ਉਹਨਾਂ ਨੂੰ ਕੀ ਪਤਾ ਸੀ ਵੀ ਇਹ ਭਾਣਾ ਇਦਾਂ ਵਰਤ ਜਾਂਦਾ ਇੱਕਦਮ, ਕੀ ਖੇਡ ਵਰਤਾਤੀ ਹੈ। ਉਹ ਚਰਨ ਹਿਲਾਉਣ ਲੱਗ ਪਏ, ਜਗਾਉਣਾ ਚਾਹੁੰਦੇ ਵੀ ਬਾਬਾ ਜੀ ਜਾਗ ਪੈਣ। ਨਿਸ਼ਚੈ ਪਈ ਜਬੈ ਉਰਮਾਹੀ। 2-3 ਮਿੰਟਾਂ ਵਿੱਚ ਪੱਕਾ ਹੋ ਗਿਆ, ਨਿਸ਼ਚਾ ਹੋ ਗਿਆ। ਜਦੋਂ ਧਾਏ ਆਏ ਇੱਕ ਸਤਿਗੁਰ ਪਾਹੀ। ਤਾਂ ਉਹਨਾਂ ਚੋਂ ਇੱਕ ਸਿੱਖ ਦੌੜਿਆ ਬੜੀ ਕਾਹਲੀ ਨਾਲ ਵੀ ਇਹ ਤਾਂ ਕੋਈ ਭਾਣਾ ਵਰਤ ਗਿਆ। ਘਬਰਾ ਗਏ ਸਿੱਖ। ਤਾਂ ਉਹ ਮਹਾਰਾਜ ਛੇਵੇਂ ਪਾਤਸ਼ਾਹ ਕੋਲ ਇੱਕ ਸੇਵਾਦਾਰ ਦੌੜ ਕੇ ਆਇਆ। ਉੱਚੀ ਕੂਕ ਨਿਕਟ ਹੋਏ ਮਾਰੀ। ਤੇ ਜਦੋਂ ਗੁਰੂ ਸਾਹਿਬ ਤੇ ਨੇੜੇ ਆਇਆ ਨਾ, ਤੇ ਉਸ ਸਿੱਖ ਦੀ ਚੀਕ ਨਿਕਲ ਗਈ, ਉੱਚੀ ਧਾ ਮਾਰ ਕੇ ਰੋ ਪਿਆ ਉਹ ਸਿੱਖ। ਹਾਂਜੀ, ਨਿਕਸੀ ਨੈਣਨ ਤੇ ਜਲ ਧਾਰੀ। ਤੇ ਉਹਦੀਆਂ ਅੱਖਾਂ ਚੋਂ ਹੰਝੂ ਵਗ ਪਏ। ਬੂਝਨ ਕੀਨ ਕਹਾਂ ਤੁਝ ਭਇਓ। ਤੇ ਸੱਚੇ ਪਾਤਸ਼ਾਹ ਇੱਕਦਮ ਉਹਨੂੰ ਪੁੱਛਦੇ, ਤੈਨੂੰ ਕੀ ਹੋ ਗਿਆ, ਕਿਉਂ ਰੋਣਾ ਤੂੰ? ਹਾਂਜੀ, ਕਹਿਓ ਰੋਦਨ ਤੁਮ ਐਸੋ ਕਿਓ। ਕਿਉਂ ਇੰਨਾ ਉੱਚੀ ਰੋਇਆ ਭਾਈ, ਕੀ ਗੱਲ ਹੋ ਗਈ? ਇੱਕਦਮ ਸਤਿਗੁਰੂ ਜੀ ਨੇ ਪੁੱਛਿਆ, ਛੇਵੇਂ ਪਾਤਸ਼ਾਹ ਜੀ ਮਹਾਰਾਜ ਨੇ। ਸੁਨ ਗੁਰ ਤੇ ਬੋਲਿਓ ਤਬ ਦਾਸ। ਤਾਂ ਸੇਵਾਦਾਰ ਹੱਥ ਜੋੜ ਕੇ ਬੋਲਿਆ, ਪੁੱਤਰ ਆਪ ਕੋ ਬੜ ਗੁਣ ਰਾਸ। ਇਹ ਸੱਚੇ ਪਾਤਸ਼ਾਹ ਜੀ, ਇਹ ਗਰੀਬ ਨਵਾਜ਼ ਜੀ ਆਪ ਜੀ ਦਾ ਵੱਡਾ ਸਾਹਿਬਜ਼ਾਦਾ ਜੋ ਗੁਣਾਂ ਦਾ ਖਜ਼ਾਨਾ ਸੀ। ਹਾਂਜੀ, ਉੱਚੇ ਥਲ ਪਰ ਕੁਛੜ ਸਾਈ। ਉੱਚੇ ਪਹਾੜ ਤੇ ਕੁਸ਼ਾ ਆਸਣ ਢਾ ਕੇ ਪੌਡੇ ਪ੍ਰਾਨ ਨਹੀਂ ਵਿੱਚ ਪਾਈ। ਲੰਮਾ ਪਿਆ ਹੋਇਆ। ਅਸੀਂ ਗਏ ਆ, ਬਾਬਾ ਗੁਰਦਿੱਤਾ ਜੀ ਦੇ ਸਰੀਰ 'ਚ ਸਵਾਸ ਨਹੀਂ ਚੱਲ ਰਹੇ ਮਹਾਰਾਜ। ਸੁਨ ਕਰ ਸਭ ਕੇ ਅੰਤਰ ਜਾਮੀ। ਹਾਂ, ਅੰਤਰਜਾਮੀ ਜਾਣੀ ਜਾਣ ਸਭ ਕੁਝ ਜਾਣਦੇ ਸਨ ਸਤਿਗੁਰੂ ਜੀ। ਉਠੇ ਤੁਰਤ ਸੇਵਕ ਅਨੁਗਾਮੀ। ਉਸੇ ਵੇਲੇ ਮਹਾਰਾਜ ਆਪਣੇ ਪਲੰਗ ਤੋਂ ਉੱਠ ਖੜੇ ਹੋਏ, ਜੋੜਾ ਪਾਇਆ ਤੇ ਸੇਵਾਦਾਰ ਦੇ ਨਾਲ ਨਾਲ ਤੁਰ ਪਏ। ਚਲੋ ਕੌਣ ਥਲ ਮੈਂ ਅੰਮ੍ਰਿਤ ਹੋਏ। ਤੇ ਮਹਾਰਾਜ ਕਹਿੰਦੇ ਚੱਲ ਦਿਖਾ ਕਿੱਥੇ ਪਏ ਹਨ ਬਾਬਾ ਗੁਰਦਿੱਤਾ ਜੀ। ਹਿਮ ਸਤਿਗੁਰ ਗਮਨੇ ਸਭ ਜੋਏ। ਮਹਾਰਾਜ ਛੇਵੇਂ ਪਾਤਸ਼ਾਹ ਆਪ ਜਦੋਂ ਸਿੱਖ ਦੇ ਨਾਲ ਤੁਰ ਪਏ
ਤੇ ਬਾਕੀ ਪਰਿਵਾਰ ਨੇ, ਬਾਕੀ ਜੀਆਂ ਨੇ ਵੇਖਿਆ, ਕਿਉਂਕਿ ਇੱਕਦਮ ਉਹ ਸਿੱਖ ਦੇ ਰੋਣ ਦੀ ਆਵਾਜ਼ ਵੀ ਪੂਰੇ ਘਰ ਵਿੱਚ, ਮਹੱਲੇ 'ਚ ਸੁਣਾਈ ਦਿੱਤੀ ਸੀ। ਤਾਂ ਇੱਕਦਮ ਜਦੋਂ ਗੁਰੂ ਸਾਹਿਬ ਤੁਰ ਪਏ ਤੇ ਬਾਕੀਆਂ ਨੇ ਤੁਰਨਾ ਹੀ ਸੀਗਾ, ਸਾਰੇ ਪਿੱਛੇ ਪਿੱਛੇ ਵਾਹੁਦਾ ਹੀ ਤੁਰ ਦੌੜ ਪਏ। ਅੰਤ ਹੈ ਪਰਗੁਰ ਕੇ ਸਦ ਗਈ। ਮਹਾਰਾਜ ਦੇ ਮਹਿਲਾਂ ਵਿੱਚ ਖਬਰ ਪਹੁੰਚ ਗਈ। ਮਾਤਾ ਨਾਨਕੀ ਜੀ ਤੇ ਮਾਤਾ ਮਹਾਦੇਵੀ ਜੀ ਨੂੰ ਪਤਾ ਲੱਗਾ। ਸੁਨਤ ਬਾਤ ਸਗਰੀ ਰੁਦਨਈ। ਘਰ ਦੇ ਵਿੱਚ ਇੱਕਦਮ ਕੁਰਲਾਹਟ ਮਚ ਗਿਆ, ਸਾਰੀਆਂ ਮਾਈਆਂ ਰੋਣ ਲੱਗ ਪਈ। ਇੱਕਦਮ ਜੋ ਅਚਾਨਕ ਹੀ ਖਬਰ ਆ ਗਈ, ਔਰ ਇਹ ਬੜੀ ਵੱਡੀ, ਬਹੁਤ ਵੱਡੀ ਸੱਟ ਹੁੰਦੀ ਹੈ ਜਵਾਨ ਪੁੱਤਰ ਦਾ ਚਲੇ ਜਾਣਾ, ਔਰ ਉਹ ਵੀ ਫਿਰ ਐਡਾ ਮਹਾਨ ਪ੍ਰਤਾਪੀ। ਸੋ ਇੱਕਦਮ ਹੀ ਘਰ ਦੇ ਵਿੱਚ ਮਾਹੌਲ ਜਿਹੜਾ ਸੀ ਗਮਗੀਨ ਹੋ ਗਿਆ। ਹਾਂਜੀ, ਪਰਿਓ ਰੌਰ ਕੀਰਤ ਪਰਮਾਹੀ। ਸ੍ਰੀ ਕੀਰਤਪੁਰ ਸਾਹਿਬ ਦੇ ਵਿੱਚ ਰੌਲਾ ਪੈ ਗਿਆ। ਇੱਕਦਮ ਘਰਾਂ 'ਚੋਂ ਲੋਕ ਦੌੜ ਪਏ ਸਾਰੇ। ਹਾਂਜੀ, ਸੁਨ ਸੁਨ ਸ਼ੋਕ ਵਧਿਓ ਲਗਨਾਹੀ। ਕਹਿੰਦੇ ਇੰਨਾ ਜ਼ਿਆਦਾ ਸ਼ੋਕ ਵੱਧ ਗਿਆ, ਇੰਨਾ ਬੈਰਾਗ ਹੋ ਗਿਆ ਵੀ ਉਹ ਹੁਣ ਠੱਲਿਆ ਨਹੀਂ ਜਾਂਦਾ। ਇੱਕਦਮ ਹੀ ਸਾਰੇ ਹੱਕੇ ਬੱਕੇ ਹੋ ਗਏ। ਜਿਹੜਾ ਇੱਕ ਦੂਜੀ ਨੂੰ ਦੱਸਦਾ ਤੇ ਮੂੰਹ ਪਾਟੇ ਹੀ ਰਹਿ ਜਾਂਦੇ ਲੋਕਾਂ ਦੇ। ਹਾਂਜੀ, ਬਿਧੀ ਚੰਦ ਆਦਿਕ ਨਰ ਬ੍ਰਿੰਦ। ਬਾਬਾ ਬਿਧੀ ਚੰਦ ਵਰਗੇ ਗੁਰੂ ਕੇ ਮੁਖੀ ਸਿੱਖ ਵੀ ਜਿਹੜੇ ਸਨ, ਸੰਗ ਲਏ ਸ਼੍ਰੀ ਹਰ ਗੋਬਿੰਦ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਨਾਲ ਦੌੜ ਪਏ। ਉਤਲਾਵਤ ਪਹੁੰਚੇ ਤਿਸ ਥਾਨ। ਤੇ ਬੜੀ ਛੇਤੀ ਨਾਲ ਪਹਾੜ ਤੇ ਜਾ ਚੜੇ ਹਨ। ਵਿਖਿਓ ਪੁੱਤਰ ਪੌੜਿਓ ਬਿਨ ਪ੍ਰਾਨ। ਮਹਾਰਾਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਵੇਖਿਆ ਵੱਡਾ ਪੁੱਤਰ ਬਿਨਾਂ ਪ੍ਰਾਣਾਂ ਦੇ ਪਿਆ ਹੈ। ਬੜਾ ਸੁੰਦਰ ਨੌਜਵਾਨ, 6.5 ਫੁੱਟ ਲੰਮਾ ਕੱਦ ਸੀਗਾ, ਰੰਗ ਬੜਾ ਸੁੰਦਰ, ਗੋਰਾ ਚਿੱਟਾ, ਨੈਣ ਨਕਸ਼ੇ ਪਿਤਾ ਜੀ ਦੀ ਤਰ੍ਹਾਂ, ਛੇਵੇਂ ਪਾਤਸ਼ਾਹ ਦੀ ਤਰ੍ਹਾਂ ਸੁੰਦਰ ਸਨ। ਉਹ ਆ ਲੰਮਾ ਪਿਆ ਹੈ, ਮਿਰਤੂ ਸੇਜਾ ਦੇ ਉੱਤੇ ਪਿਆ ਹੈ। ਨਰ ਅਪਰਨ ਸਮ ਸ਼ੋਕ ਉਪਾਇਓ। ਸਾਧ ਸੰਗਤ ਜੀ, ਉੱਥੇ ਸਾਰਿਆਂ ਦਾ ਮਨ ਬੈਰਾਗ ਵਿੱਚ ਭਿੱਜ ਗਿਆ। ਜਿੰਨੇ ਵੀ ਲੋਕ ਸਨ, ਸਾਰਿਆਂ ਦੀਆਂ ਅੱਖਾਂ 'ਚੋਂ ਛਮ ਛਮ ਹੰਝੂ ਵਗਣ ਲੱਗੇ ਹਨ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨ। ਕਈ ਲੋਕ ਕਿੰਤੂ ਪਰੰਤੂ ਕਰਨ ਲੱਗ ਜਾਂਦੇ ਆ, ਕਹਿੰਦੇ ਗੁਰੂ ਘਰ ਦੇ ਵਿੱਚ ਰੋਣਾ ਮਨਾ ਹੈ। ਮਨਾ ਹੈ ਸਾਧ ਸੰਗਤ ਜੀ ਰੋਣਾ, ਪਰ ਜਿਹੜੇ ਪਿਆਰੇ ਹੁੰਦੇ ਉਹ ਪੱਥਰ ਦੇ ਨਹੀਂ ਹੁੰਦੇ, ਉਹਨਾਂ ਵਿੱਚ ਵੀ ਦਿਲ ਹੁੰਦਾ। ਜੇ ਦਿਲ ਨਾ ਹੋਵੇ, ਪੱਥਰ ਹੋਵੇ, ਤੇ ਫਿਰ ਪਿਆਰੇ ਨਹੀਂ ਹੁੰਦੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹਰ ਗੱਲ ਦਾ ਇੱਕ ਲੈਵਲ ਹੈ, ਹਰ ਇੱਕ ਗੱਲ ਦੀ ਇੱਕ ਅਵਸਥਾ ਹੈ। ਗੱਲ ਕਰ ਦੇਣੀ ਸੌਖੀ ਹੈ। ਜਦੋਂ ਕਿਸੇ ਦੇ ਘਰ ਆਪਣੇ ਅੱਗ ਲੱਗਦੀ ਹੈ, ਉਦੋਂ ਅੱਗ ਹੁੰਦੀ ਹੈ। ਜਦੋਂ ਦੂਜੇ ਦੇ ਘਰ ਲੱਗੇ ਤੇ ਉਹਨੂੰ ਕਹਿ ਦਿੰਦੇ ਨੇ ਬਸੰਤਰ। ਇਹ ਮੂਰਖ ਲੋਕਾਂ ਦੀ ਗੱਲ ਹੁੰਦੀ। ਸਿਆਣਾ ਬੰਦਾ ਆਪਣੇ ਤੇ ਦੂਜੇ ਦੇ ਦੁੱਖ ਨੂੰ ਇੱਕੋ ਜਿਹਾ ਜਾਣਦਾ ਹੈ। ਸੋ ਇੱਥੇ ਭਾਈ ਸਾਹਿਬ ਹੁਣ ਕਰੁਣਾ ਰਸ ਦਾ ਵੀ ਬਿਆਨ ਕਰ ਰਹੇ। ਕਵੀਰਾਜ ਭਾਈ ਸੰਤੋਖ ਸਿੰਘ ਦੀ ਖੂਬੀ ਹੈ ਕਿ 9 ਰਸਾਂ 'ਚ ਕਥਾ ਲਿਖੀ ਹੈ। 9 ਹੀ ਰਸ ਹੁੰਦੇ ਨੇ ਕਾਵਿ ਦੇ। ਜਿੱਥੇ ਵੀਰ ਰਸ ਦਾ ਦੇਖੋ, ਪਿੱਛੇ ਜੰਗ ਵਿੱਚ ਆਪਾਂ ਸੁਣਿਆ, ਸਿਰੇ ਲਾਤੀ ਗੱਲ। ਫਿਰ ਉਹਦੇ ਵਿੱਚ ਹੀ ਜਦੋਂ ਅਪਸਰਾਵਾਂ ਸਵਰਗ ਤੋਂ ਯੋਧਿਆਂ ਨੂੰ ਵਰਨ ਵਾਸਤੇ ਆਈਆਂ, ਉੱਥੇ ਸ਼ਿੰਗਾਰ ਰਸ ਵੀ ਢੁਕਾ ਦਿੱਤਾ। ਉਸ ਤੋਂ ਬਾਅਦ ਜਿਹੜੀ ਮਾਸ ਖਿਲਰਿਆ ਹੋਇਆ, ਲਾਸ਼ਾਂ ਖਿਲਰੀਆਂ ਹੋਈਆਂ, ਉਹ ਬਹੁਤ ਭਿਆਨਕ ਸੀਨ ਸੀਗਾ। ਉਹ ਵੀ ਬੀਭਤਸ ਰਸ ਜਿਹੜਾ ਸੀ, ਉਹ ਵੀ ਭਾਈ ਸਾਹਿਬ ਨੇ ਵਰਣਨ ਕੀਤਾ। ਇਹ ਹੈ ਕਰੁਣਾ ਰਸ। ਜਦੋਂ ਕਿਸੇ ਘਰ ਵਿੱਚ ਇੱਦਾਂ ਦਾ ਭਾਣਾ ਵਰਤ ਜਾਂਦਾ ਹੈ, ਉੱਥੇ ਕਰੁਣਾ ਆ ਜਾਂਦੀ ਹੈ। ਅਤੇ ਕਰੁਣਾ ਦੇ ਵਿੱਚ ਫਿਰ ਸਾਰੇ ਵਿਆਕੁਲ ਹੋ ਜਾਂਦੇ ਆ, ਅੱਖਾਂ 'ਚੋਂ ਹੰਝੂ ਆ ਜਾਂਦੇ ਆ। ਸਾਰੇ ਹੀ ਸਾਧ ਸੰਗਤ ਜੀ, ਵੱਡੇ ਵੱਡੇ ਮਹਾਂਪੁਰਸ਼ਾਂ, ਸਾਧੂਆਂ, ਸੰਤਾਂ, ਬ੍ਰਹਮ ਗਿਆਨੀਆਂ ਦੀ ਮੌਤ ਜਦੋਂ ਹੁੰਦੀ ਹੈ ਨਾ, ਉਹਨਾਂ ਦੇ ਪਿਆਰੇ ਸੇਵਕ, ਭਾਵੇਂ ਮਹਾਂਪੁਰਸ਼ਾਂ ਨੇ ਰੋਕਿਆ ਹੁੰਦਾ ਹੈ, ਭਾਈ ਰੋਣਾ ਨਹੀਂ, ਭਾਣਾ ਮੰਨਣਾ ਹੈ, ਅਤੇ ਉਹ ਫਿਰ ਵੀ ਅੱਖਾਂ ਵਿੱਚੋਂ ਇੱਕ ਵਾਰੀ ਹੰਝੂ ਆ ਜਾਂਦੇ ਆ। ਸੰਤ ਬਾਬਾ ਨਰੈਣ ਸਿੰਘ ਜੀ ਨਿਰਮਲੇ ਮਹਾਂਪੁਰਸ਼ ਹੋਏ ਆ। 100-125 ਸਾਲ ਪਹਿਲਾਂ ਉਹਨਾਂ ਨੇ ਸਰੀਰ ਛੱਡਿਆ ਸੀ। ਉਹਨਾਂ ਦਾ ਇੱਕ ਸੇਵਕ ਸੀਗਾ ਸੰਤ ਬਾਬਾ ਹਰਦੇਵ ਸਿੰਘ ਜੀ, ਉਸ ਵੇਲੇ ਬਹੁਤ ਵਿਦਵਾਨ। ਉਹਨਾਂ ਨੂੰ ਕਹਿਣ ਲੱਗੇ, ਹੁਣ ਮੈਂ ਮਰ ਜਾਊਂਗਾ, ਤੂੰ ਰੋਏਗਾ? ਉਹ ਕਹਿੰਦੇ, ਮਹਾਰਾਜ ਤੁਸੀਂ ਕਿੱਥੇ ਮਰਨਾ, ਮੈਂ ਨਹੀਂ ਰੋਣਾ। ਉਹ ਕਹਿੰਦੇ, ਨਹੀਂ ਤੂੰ ਇੱਕ ਵਾਰੀ ਰੋਏਗਾ। ਉਹ ਇਹੋ ਜਿਹਾ ਬਚਨ ਉਹਨਾਂ ਸੰਤਾਂ ਨੇ ਆਪ ਲਿਖਿਆ। ਕਹਿੰਦੇ ਜਦੋਂ ਮੈਂ ਮਹਾਂਪੁਰਸ਼ਾਂ ਦਾ ਅੰਗੀਠਾ ਤਿਆਰ ਹੋ ਗਿਆ ਤੇ ਉਸ ਵੇਲੇ ਮੈਨੂੰ ਵੀ ਰੋਣਾ ਆ ਗਿਆ। ਇੱਕ ਵਾਰੀ ਰੋਇਆ ਮੈਂ। ਉਹਨਾਂ ਕਿਹਾ ਇੱਕ ਵਾਰੀ ਤੂੰ ਰੋਏਗਾ, ਉਹ ਰੋਣਾ ਆਇਆ। ਸੋ ਇਸ ਤਰ੍ਹਾਂ ਹੋ ਜਾਂਦਾ ਹੈ। ਬਾਬਾ ਚੇਤ ਸਿੰਘ ਜੀ ਬੁੱਢੇ ਦਲ ਦੇ ਜਥੇਦਾਰ, ਕਹਿੰਦੇ ਜਦੋਂ ਸੰਸਕਾਰ ਹੋਣ ਲੱਗਾ ਤੇ ਇੱਕ ਸਿੰਘ ਬਹੁਤ ਬੈਰਾਗ ਕਰੇ ਤੇ ਦੂਜਾ ਉਹਨੂੰ ਕਹਿਣ ਲੱਗਾ, ਭਾਣਾ ਮੰਨੀ ਦਾ ਹੁੰਦਾ,
ਭਾਣੇ ਵਿੱਚ ਰਹੀਦਾ ਰੋਂਦਾ ਕਿਉਂ ਹੈ? ਉਹ ਕਹਿੰਦਾ ਮੈਂ ਭਾਣੇ 'ਚ ਹੀ ਰੋਣਾ। ਕਹਿੰਦਾ ਜੇ ਬਾਬਾ ਜੀ ਦਾ ਜਾਣਾ ਭਾਣੇ ਵਿੱਚ ਹੈ ਤੇ ਮੇਰਾ ਰੋਣਾ ਵੀ ਉਹ ਵੀ ਹਰ ਚੀਜ਼ ਭਾਣੇ ਵਿੱਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਏ। ਕਹਿੰਦੇ ਜੇ ਬਾਬਾ ਜੀ ਚਲੇ ਗਏ ਭਾਣੇ ਵਿੱਚ ਤੇ ਮੈਨੂੰ ਹੰਝੂ ਆ ਗਏ ਤਾਂ ਉਹ ਕਿਹੜਾ ਭਾਣੇ ਤੋਂ ਬਾਹਰ ਆਏ, ਉਹ ਵੀ ਭਾਣੇ ਵਿੱਚ ਆ ਗਏ। ਸੋ ਇਹ ਬ੍ਰਹਮ ਗਿਆਨੀਆਂ ਮਹਾਂਪੁਰਸ਼ਾਂ ਸਾਧੂਆਂ ਦੀ ਖੇਡ ਹੈ। ਤਰਕਵਾਦੀਆਂ ਨੂੰ ਕਦੀ ਸਮਝ ਨਹੀਂ ਆਉਣੀ, ਉਹਨਾਂ ਨੇ ਤਾਂ ਗੁਰੂ ਤੇ ਵੀ ਸ਼ੰਕਾ ਕਰ ਦੇਣਾ। ਸੋ ਕਵੀ ਜੀ ਲਿਖ ਰਹੇ ਆ ਕਿ ਉਸ ਵੇਲੇ ਕੋਈ ਅੱਖ ਐਸੀ ਨਹੀਂ ਸੀ ਜਿਹਦੇ 'ਚ ਹੰਝੂ ਨਾ ਆਏ ਹੋਣ। ਕਹੋ ਨੰਦਨ ਕਿਮ ਕਹਾਂ ਸਿਧਾਇਓ। ਤੇ ਮਹਾਰਾਜ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਵੇ ਪੁੱਤਰ ਕਿੱਥੇ ਚਲਾ ਗਿਆ ਤੂੰ? ਹਾਂਜੀ, ਸਪਟ ਸਿੱਖ ਹੈ ਸੰਗ ਜਿਤੇਕ। ਜਿੰਨੀ ਫੌਜ ਸੀ, ਜਿੰਨੇ ਸਿੱਖ ਸੀਗੇ ਨਾਲ, ਰੋਦਤ ਕਰਤ ਪੁਕਾਰ ਅਨੇਕ। ਬਾਬਾ ਬਿਧੀ ਚੰਦ ਵਰਗੇ ਵੀ ਅੱਖਾਂ 'ਚ ਹੰਝੂ ਲੈ ਆਏ। ਬਾਬਾ ਗੁਰਦਿੱਤਾ ਦਾ ਪਿਆਰ ਹਰ ਇੱਕ ਇਨਸਾਨ ਨਾਲ ਸੀਗਾ। ਫੌਜ ਤਾਂ ਬਹੁਤ ਪਿਆਰ ਕਰਦੀ ਸੀ, ਸੰਗਤਾਂ ਵੀ ਬਹੁਤ ਪਿਆਰ ਕਰਦੀਆਂ ਸਨ। ਹਰ ਇਨਸਾਨ ਹਿੰਦੂ ਮੁਸਲਮਾਨ ਉਹਨਾਂ ਦਾ ਪਿਆਰਾ ਸੀਗਾ। ਐਸੀ ਮਹਾਨ ਪਵਿੱਤਰ ਆਤਮਾ ਸਨ। ਤਰਨ ਬੈਸ ਮਹਿ ਕਾਲ ਨ ਕਾਲ। ਕਹਿੰਦੇ ਜਵਾਨੀ ਦੀ ਆਯੂ ਸੀਗੀ ਤੇ ਸਾਰੇ ਕਹਿੰਦੇ ਵੀ ਇਹ ਜਾਣ ਦਾ ਸਮਾਂ ਨਹੀਂ ਸੀ, ਕਿਉਂਕਿ ਜੇ ਕੋਈ ਇਹੋ ਜਿਹੀ ਸਮੇਂ ਦੀ ਮੌਤ ਹੋ ਜਾਵੇ, ਹੋਣਾ ਤਾਂ ਭਾਣੇ ਵਿੱਚ ਵਾਹਿਗੁਰੂ ਦੇ ਜੋ ਲਿਖਿਆ ਕਿਸੇ ਦਾ ਉਹਨੇ ਉਸ ਉਨੀ ਉਮਰ ਨਾਲ ਹੀ ਜਾਣਾ। ਬਾਰੇ ਬੁੱਢੇ ਤਰਨੇ ਪਈਆ ਸਭ ਹੁਣ ਜੰਮ ਲੈ ਜਈ ਹੈ ਰੇ। ਬਾਲਕ ਹੈ, ਜਵਾਨ ਹੈ, ਬੁੱਢਾ ਹੈ, ਜਿੰਨੇ ਸਵਾਸ ਲਿਖੇ ਹੋ ਉਹਦੇ ਹਿਸਾਬ ਨਾਲ ਹੀ ਹੈ। ਪਰ ਫਿਰ ਵੀ ਸਮਾਜ ਦੇ ਵਿੱਚ ਇੱਕ ਸੋਚ ਵਿਚਾਰ ਚੱਲਦੀ ਹੈ ਵੀ ਜਵਾਨੀ ਜਾਣ ਦਾ ਸਮਾਂ ਨਹੀਂ ਹੁੰਦੀ। ਕੋਈ ਉਮਰ ਹੰਢਾ ਕੇ ਜਾਵੇ ਉਹਦਾ ਦੁੱਖ ਨਹੀਂ ਹੁੰਦਾ, ਤੇ ਕੋਈ ਚੜ੍ਹਦੀ ਜਵਾਨੀ ਵਿੱਚ ਚਲਾ ਜਾਵੇ ਤਾਂ ਵੱਡੀ ਸੱਟ ਵੱਜਦੀ ਹੈ। ਸਾਰੇ ਕਹਿੰਦੇ ਆ ਵੀ ਇਹ ਬਾਬੇ ਗੁਰਦਿੱਤੇ ਜੀ ਹੋਰਾਂ ਦੇ ਜਾਣ ਦਾ ਸਮਾਂ ਨਹੀਂ ਸੀ। ਰਾਵਰ ਕਹਾਂ ਗਏ ਕਰ ਖਿਆਲ। ਲੋਕ ਕਹਿੰਦੇ ਹੈ ਬਾਬਾ ਜੀ ਤੁਸੀਂ ਕਿਹੜੇ ਖਿਆਲ ਨਾਲ ਸਾਨੂੰ ਛੱਡ ਗਏ, ਕਿਹਦੇ ਆਸਰੇ ਤੇ ਸਾਨੂੰ ਛੱਡ ਕੇ ਰੋਂਦਿਆਂ ਕੁਰਲਾਉਂਦਿਆਂ ਨੂੰ। ਸਨ ਕੀਰਤਪੁਰ ਕੇ ਨਰ ਨਾਰੀ। ਇਹ ਖਬਰ ਅੱਗੇ ਦੀ ਅੱਗੇ ਲੋਕਾਂ ਨੂੰ ਮਿਲਦੀ ਗਈ। ਕੀਰਤਪੁਰ ਸਾਹਿਬ ਦੀ ਗਲੀ ਗਲੀ ਵਿੱਚ ਬੱਚੇ, ਬੀਬੀਆਂ, ਬੁੱਢੇ ਸਭ ਉਧਰ ਨੂੰ ਦੌੜ ਪਏ ਜਿੱਧਰ ਮਹਾਰਾਜ ਦਾ ਸਾਹਿਬਜ਼ਾਦਾ ਪਹਾੜ ਦੇ ਉੱਤੇ ਝੋਲਾ ਛੱਡ ਗਿਆ ਸੀ। ਧਾਏ ਪਹੁੰਚੇ ਕਾਜ ਬਿਸਾਰੀ। ਸਭ ਕੰਮ ਵਿੱਚ ਹੀ ਰੋਕੇ। ਜੇ ਕੋਈ ਖੇਤੀਬਾੜੀ ਵਾਲਾ ਉਹ ਖੇਤੀਬਾੜੀ ਵਿੱਚ ਛੱਡ ਕੇ, ਦੁਕਾਨਦਾਰ ਦੁਕਾਨ ਵਿੱਚ ਛੱਡ ਕੇ, ਬੀਬੀਆਂ ਆਟਾ ਗੁੰਨਦੀਆਂ ਵਿੱਚੋਂ ਦੌੜ ਪਈਆਂ। ਸਭ ਕੰਮ ਉੱਥੇ ਹੀ ਠੱਪ ਹੋ ਗਏ ਤੇ ਲੋਕ ਪਹਾੜ ਨੂੰ ਚੜ੍ਹ ਗਏ। ਸਭ ਰੋਦਤ ਅਰ ਬੰਧਨ ਕਰੈ। ਸਾਰੇ ਰੋਂਦੇ ਹਨ, ਵਿਰਲਾਪ ਕਰਦੇ ਹਨ ਤੇ ਬਾਬਾ ਗੁਰਦਿੱਤਾ ਜੀ ਨੂੰ ਨਮਸਕਾਰਾਂ ਕਰਦੇ ਹਨ। ਗੁਰ ਸਿਮਰਹਿ ਸ਼ੋਕ ਸੋਚਿਤ ਧਰੈ। ਗੁਰੂ ਮਹਾਰਾਜ ਸਾਹਿਬ ਜੀ ਨੂੰ ਵੇਖ ਕੇ ਵੀ ਮਨ ਵਿੱਚ ਸਿੱਖਾਂ ਦੇ ਹੋਰ ਬੈਰਾਗ ਆਉਂਦਾ ਵੀ ਸਤਿਗੁਰੂ ਜੀ ਨੂੰ ਇਹ ਜਵਾਨ ਇਸ ਉਮਰ ਵਿੱਚ ਇਹ ਦੁੱਖ ਵੇਖਣਾ ਪੈਣਾ ਸੀਗਾ। ਭਾਵੇਂ ਬ੍ਰਹਮ ਗਿਆਨੀ ਸਤਿਗੁਰੂ ਜੀ ਦੇ ਮਨ ਦੇ ਉੱਤੇ ਕੋਈ ਹਰਖ ਸੋਗ ਨਹੀਂ ਹੈ, ਉਹਨਾਂ ਦੇ ਭਾਣੇ ਵਿੱਚ ਹੀ ਸਭ ਕੁਝ ਹੋ ਰਿਹਾ, ਪਰ ਸਿੱਖ ਤਾਂ ਸੋਚਦੇ ਆ ਨਾ ਵੀ ਇਸ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਜੀ ਨੂੰ ਹੁਣ ਕਿੱਡੀ ਵੱਡੀ। ਪਹਿਲਾਂ ਬਾਬਾ ਅਟਲ ਰਾਏ ਜੀ ਵਿਛੋੜਾ ਦੇ ਕੇ 9 ਸਾਲ ਦੀ ਉਮਰ ਦੇ ਵਿੱਚ, ਤੇ ਇਹ ਸਾਹਿਬਜ਼ਾਦੇ ਸਨ ਵੱਡੇ, ਬਹੁਤ ਹੀ ਸਿਆਣੇ, ਬਹੁਤ ਹੀ ਸਮਝਦਾਰ, ਜ਼ਿੰਮੇਵਾਰ। ਇਹਨਾਂ ਦਾ ਇਸ ਤਰ੍ਹਾਂ ਚਲੇ ਜਾਣਾ ਬਾਹਲਾ ਦੁੱਖ ਦਾ ਕਾਰਨ ਹੈ। ਆਏ ਨਾਨਕੀ ਅਰ ਮਰਵਾਹੀ। ਮਾਤਾ ਨਾਨਕੀ ਤੇ ਮਾਤਾ ਮਰਵਾਹੀ ਦੋਵੇਂ ਆ ਗਈਆਂ। ਮੁਖ ਕੋ ਦੇਖ ਦੇਖ ਬਿਲ ਲਾਹੀ। ਕਹਿੰਦੇ ਜਦੋਂ ਬਾਬੇ ਗੁਰਦਿੱਤੇ ਦਾ ਸੁੰਦਰ ਮੁਖੜਾ ਵੇਖਿਆ, ਲੰਮਾ ਪਿਆ ਹੋਇਆ ਹੈ, ਸਵਾਸ ਨਹੀਂ ਆ ਰਹੇ, ਉਹਨਾਂ ਨੂੰ ਵੇਖ ਵੇਖ ਕੇ ਵਿਰਲਾਪ ਕਰਦੀਆਂ ਦੋਵੇਂ ਮਾਤਾਵਾਂ। ਆਹੋ ਪੁੱਤਰ ਜੋਧਾ ਸਭ ਲਾਇਕ। ਇਹ ਪੁੱਤਰ ਤੂੰ ਯੋਧਿਆਂ ਚੋਂ ਯੋਧਾ ਸੀ, ਤੂੰ ਗਿਆਨੀਆਂ ਚੋਂ ਗਿਆਨੀ ਸੀ, ਤੂੰ ਸੰਤਾਂ ਚੋਂ ਸੰਤ ਸੀ, ਤੂੰ ਸਾਰੇ ਗੁਣਾਂ ਦਾ ਪੂਰਨ ਸੀ, ਤੇਰੇ 'ਚ ਸਾਰੇ ਹੀ ਗੁਣ ਸਨ। ਇੱਦਾਂ ਦੋਵੇਂ ਮਾਤਾ ਨਾਨਕੀ ਤੇ ਮਾਤਾ ਮਹਾਂਦੇਵੀ ਜੀ ਬਿਰਲਾਪ ਕਰਦੀਆਂ ਹਨ। ਗੁਰ ਸਤ ਜੇਸ਼ਟ ਗਨ ਸੁਖਦਾਇਕ। ਕਹਿੰਦੇ ਗੁਰੂ ਦਾ ਪੁੱਤਰ ਵੱਡਾ, ਸਾਰੇ ਘਰ ਨੂੰ ਸਾਂਭਣ ਵਾਲਾ, ਸਾਰਾ ਪ੍ਰਬੰਧ ਇਹਦੇ ਹੱਥ ਵਿੱਚ ਸੀ, ਸਾਰੀਆਂ ਜ਼ਿੰਮੇਵਾਰੀਆਂ ਇਹਦੇ ਕੋਲ ਸਨ। ਛੇਵੇਂ ਪਾਤਸ਼ਾਹ ਮਹਾਰਾਜ ਤਾਂ ਪਰਮੇਸ਼ਰ ਦੇ ਰੰਗ ਵਿੱਚ ਆਪਣੇ ਧਿਆਨ ਵਿੱਚ ਰਹਿੰਦੇ, ਪਰ ਗੁਰੂ ਘਰ ਦੀਆਂ ਜ਼ਿੰਮੇਵਾਰੀਆਂ, ਲੈਣ ਦੇਣ ਦੇ ਸਾਰੇ ਪ੍ਰਬੰਧ ਇਹੀ ਕਰਿਆ ਕਰਦੇ ਸੀ ਬਾਬਾ ਗੁਰਦਿੱਤਾ ਜੀ। ਪਦਨ ਪ੍ਰਸੰਨ ਸਦੀਪ ਬਿਲੋਕੈ। ਤੇ ਸਦਾ ਹੀ ਕਮਲ ਵਰਗਾ ਮੁਖੜਾ ਖਿੜਿਆ ਤੇਰਾ ਵੇਖਦੀਆਂ ਸਾਂ ਮਾਵਾਂ,
ਤੇ ਸਾਨੂੰ ਸਹਾਰਾ ਹੁੰਦਾ ਸੀ ਵੀ ਸਾਡਾ ਪੁੱਤਰ ਸਾਰਾ ਕੁਝ ਸਾਂਭਣ ਵਾਲਾ ਹੈ। ਕਾਰਨ ਕਵਨ ਗਵਨ ਪਰਲੋਕੈ। ਅੱਜ ਕੀ ਕਾਰਨ ਬਣ ਗਿਆ ਕਿ ਸਾਡਾ ਇਹ ਪੁੱਤਰ ਬਿਨਾਂ ਦੱਸੇ ਸਾਨੂੰ ਚਲਾ ਗਿਆ ਹੈ। ਸ਼੍ਰੀ ਹਰਿ ਰਾਏ ਪਿਤਾ ਕੋ ਦੇਖ। ਤੇ ਸ੍ਰੀ ਹਰਿ ਰਾਏ ਜੀ ਛੋਟੇ ਜਿਹੇ ਹਨ, ਪਿਤਾ ਪਿਆ ਹੈ, ਪਿਤਾ ਦੇ ਕੋਲ, ਪਿਤਾ ਦੀ ਲਾਸ਼ ਤੇ ਪਿਤਾ ਦੀ ਦੇਹ ਦੇ ਕੋਲ ਅਰ ਰੋਦਤ ਪਰਵਾਰ ਵਿਸ਼ੇਖ। ਸਾਰਾ ਪਰਿਵਾਰ ਰੋਂਦਾ ਹੈ, ਦਾਦੀਆਂ ਰੋਂਦੀਆਂ ਨੇ, ਦਾਦਾ ਜੀ ਖੜੇ ਨੇ, ਇਹ ਦੇਖ ਕੇ ਵੀ ਕੀ ਹੈ। ਤੇ ਸ੍ਰੀ ਹਰਿ ਰਾਏ ਜੀ ਮਹਾਰਾਜ ਵੀ ਬੜੇ ਹੈਰਾਨ ਹੋ ਕੇ ਬੈਰਾਗ ਕਰਦੇ ਨੇ ਪਿਤਾ ਜੀ ਦੇ ਕੋਲ। ਅਲਪ ਬੈਸ ਮਹ ਮੁਖ ਮੁਰਝਾਇਓ। ਛੋਟੀ ਜੀ ਉਮਰ ਹੈ, ਕਿਉਂਕਿ ਉਸ ਉਮਰ 'ਚ ਪਤਾ ਨਹੀਂ ਹੁੰਦਾ ਵੀ ਕੀ ਹੈ। ਤੇ ਸ੍ਰੀ ਹਰਿ ਰਾਏ ਜੀ ਮਹਾਰਾਜ ਆਪਣੇ ਪਿਤਾ ਦੇ ਸਰੀਰ ਵੱਲ ਦੇਖ ਕੇ ਕੁਮਲਾ ਗਏ ਹਨ। ਕਹੈ ਬਦਨ ਕੁਛ ਬਾਕ ਨ ਆਇਓ। ਤੇ ਮੂੰਹ ਤੋਂ ਕਹਿਣਾ ਚਾਹੁੰਦੇ ਪਰ ਕੀ ਕਹਿਣ, ਬਚਨ ਨਹੀਂ ਆਉਂਦਾ, ਛੋਟੇ ਹਨ। ਹਿਤ ਸਸ ਕਾਰਨ ਸੌਜ ਮਗਾਈ। ਸਾਧ ਸੰਗਤ ਜੀ, ਹੁਣ ਮਹਾਰਾਜ ਨੇ ਇਸ਼ਾਰਾ ਕੀਤਾ, ਭਾਈ ਭਾਣਾ ਮੰਨੋ, ਵਾਹਿਗੁਰੂ ਦੀ ਰਜ਼ਾ ਵਿੱਚ ਜਿਵੇਂ ਹੋਣਾ ਸੀ ਹੋ ਗਿਆ, ਜਾਓ ਹੁਣ ਸੰਸਕਾਰ ਦਾ ਸਮਾਨ ਲੈ ਕੇ ਆਓ। ਬਾਬਾ ਗੁਰਦਿੱਤਾ ਜੀ ਨੂੰ ਸੰਸਕਾਰ ਕਰਨ ਵਾਸਤੇ ਸਾਰੀ ਸਮੱਗਰੀ ਮੰਗਵਾਈ ਹੈ। ਚੰਦਨ ਭਾਰ ਲਿਆਏ ਸਮਦਾਈ। ਚੰਦਨ ਦੀਆਂ ਲੱਕੜਾਂ ਦੇ ਭਾਰ ਲਿਆਂਦੇ ਗਏ ਹਨ। ਤਿਲ ਜਵ ਕ੍ਰਿਤ ਆਦ ਸਭ ਅੰਨ। ਤਿਲ, ਘਿਓ, ਜੌਂ, ਜਿਹੜਾ ਸਮਾਨ ਸੰਸਕਾਰ 'ਚ ਪਾਇਆ ਜਾਂਦਾ ਸੀ ਉਹ ਲਿਆਂਦਾ ਹੈ। ਸੁਗੰਧੀ ਵਾਲੇ ਪਦਾਰਥ ਕਰਤ ਕਾਰ ਸਭ ਰੋਦਨ ਠਾਨ। ਕਹਿੰਦੇ ਸਾਰੇ ਸਿੱਖ ਵਿਚਾਰੇ ਨਾਲੇ ਰੋਈ ਜਾਂਦੇ ਆ ਤੇ ਨਾਲੇ ਬਾਬਾ ਜੀ ਦੇ ਸੰਸਕਾਰ ਦਾ ਸਮਾਨ ਇਕੱਠਾ ਕਰਦੇ ਆ। ਬੜਾ ਮਨ ਦੁਖੀ ਹੈ, ਬੱਚਾ ਦੁਖੀ ਹੈ ਕੀਰਤਪੁਰ ਸਾਹਿਬ ਦਾ। ਸ਼ਰੀ ਖਰੀਗਰ ਖਰੀ ਨਿਹਾਰੀ। ਸਾਧ ਸੰਗਤ ਜੀ, ਬਾਬਾ ਜਦੋਂ ਉੱਥੇ ਗਏ ਸੀ ਗੁਰਦਿੱਤਾ ਜੀ, ਇੱਕ ਛੜੀ ਸੀ ਹੱਥ ਵਿੱਚ, ਉਹ ਏਦਾਂ ਗੱਡ ਦਿੱਤੀ ਸੀ, ਛੜੀ ਗੱਡ ਕੇ ਤੇ ਉਹਦੇ ਕੋਲ ਲੰਮੇ ਪੈ ਗਏ ਸੀ। ਜਦੋਂ ਛੇਵੇਂ ਪਾਤਸ਼ਾਹ ਨੇ ਦੇਖਿਆ ਛੜੀ ਗੱਡੀ ਹੈ ਤੇ ਮਹਾਰਾਜ ਸਮਝ ਗਏ ਵੀ ਇਹ ਗੁਰਦਿੱਤੇ ਨੇ ਆਪ ਹੀ ਗੱਡੀ ਹੈ। ਹਾਂਜੀ, ਰਹਿਣ ਦੇਹੁ ਇਹ ਤਰ ਹੋਏ ਭਾਰੀ। ਮਹਾਰਾਜ ਕਹਿੰਦੇ ਭਾਈ ਇਹਨੂੰ ਪਟੋ ਨਾ, ਰਹਿਣ ਦਿਓ, ਇਹ ਹਰੀ ਹੋ ਜਾਏਗੀ ਤੇ ਵੱਡਾ ਦਰਖਤ ਹੋਵੇਗਾ। ਕਹਿ ਕਰ ਚੰਦਨ ਚਿਖ ਬਨਵਾਏ। ਇਹ ਕਹਿ ਕੇ ਮਹਾਰਾਜ ਨੇ ਚੰਦਨ ਦੀ ਚਿਖਾ ਤਿਆਰ ਕਰਵਾਈ। ਕਿਰਿਆ ਹੇਤ ਥਰੀ ਸ਼੍ਰੀ ਹਰਿ ਰਾਏ। ਤੇ ਸਾਧ ਸੰਗਤ ਜੀ, ਸ੍ਰੀ ਹਰਿ ਰਾਏ ਜੀ ਨੂੰ ਸੰਸਕਾਰ ਕਰਨ ਦੀ ਡਿਊਟੀ ਲਾਈ। ਪਿਤਾ ਦਾ ਸੰਸਕਾਰ ਪੁੱਤਰ ਦੇ ਹੱਥੋਂ ਹੀ ਕਰਾਇਆ ਜਾਂਦਾ। ਸੋ ਬਾਬਾ ਧੀਰਮਲ ਜੀ ਨਾਲ ਨਹੀਂ ਸਨ, ਉੱਥੇ ਵੱਡੇ ਤਾਂ ਉਹ ਸਨ, ਪਰ ਉੱਥੇ ਕਰਤਾਰਪੁਰ ਰਹਿ ਗਏ, ਨਾਲ ਆਏ ਨਹੀਂ। ਤੇ ਮਹਾਰਾਜ ਨੇ ਛੋਟੇ ਪੁੱਤਰ ਬਾਬਾ ਸ੍ਰੀ ਗੁਰੂ ਹਰਿਰਾਏ ਸਾਹਿਬ 7ਵੇਂ ਪਾਤਸ਼ਾਹ ਜੀ ਮਹਾਰਾਜ ਨੂੰ ਸੰਸਕਾਰ ਦੇ ਲਈ ਅੱਗੇ ਕੀਤਾ ਹੈ। ਦੇਖਤ ਕਹਿ ਇਸ਼ਨਾਨ ਕਰਵਾਇਵ। ਕਹਿੰਦੇ ਦੇਖਦੇ ਸਾਰੇ ਸ੍ਰੀ ਹਰਿਰਾਏ ਜੀ ਤੇ ਬਾਕੀ ਸਿੱਖਾਂ ਨੇ ਰਲ ਕੇ ਇਸ਼ਨਾਨ ਕਰਾਇਆ ਬਾਬਾ ਗੁਰਦਿੱਤਾ ਜੀ ਨੂੰ। ਨਏ ਬਸਤਰ ਤਨ ਮਹਿ ਪਹਿਰਾਇਵ। ਔਰ ਨਵੇਂ ਬਸਤਰ ਬਾਬਾ ਗੁਰਦਿੱਤਾ ਜੀ ਦੇ ਸਰੀਰ ਤੇ ਪਵਾਏ ਹਨ। ਬਹੁਰ ਚਿਖਾ ਪਰ ਦੇਹ ਤਰਾਈ। ਫਿਰ ਬਾਬਾ ਜੀ ਦਾ ਸਰੀਰ ਚਿਖਾ ਤੇ ਰੱਖਿਆ ਹੈ। ਪਾਵਕ ਸ਼੍ਰੀ ਹਰਿ ਰਾਏ ਲਗਾਈ। ਤੇ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ 7ਵੇਂ ਪਾਤਸ਼ਾਹ ਜੀ ਨੇ ਆਪਣੇ ਪਿਤਾ ਬਾਬਾ ਗੁਰਦਿੱਤਾ ਜੀ ਦੇ ਅੰਗੀਠੇ ਨੂੰ ਝੰਡਾ ਦਿਖਾਇਆ ਹੈ। ਵੇਦ ਸਮੇਤ ਸੰਸਕਾਰਨ ਕੀਨੇ। ਸਾਧ ਸੰਗਤ ਜੀ, ਵਿਧੀ ਮੁਤਾਬਕ ਸੰਸਕਾਰ ਕਰਕੇ ਸਭਨ ਬਲੋਚਨ ਜਲ ਭਰ ਲੀਨੇ। ਉਸ ਵੇਲੇ ਜਦੋਂ ਬਾਬਾ ਜੀ ਦੀ ਚਿਤਾ ਨੂੰ ਭਾਂਬੜ ਲੱਗਾ ਹੈ, ਲਾਂਬੂ ਲੱਗਾ ਹੈ, ਬਾਬਾ ਗੁਰਦਿੱਤਾ ਜੀ ਦਾ ਸੰਸਕਾਰ ਹੋਇਆ ਹੈ, ਉਸ ਵੇਲੇ ਸਾਧ ਸੰਗਤ ਦੀ ਧਰਤੀ ਵੀ ਰੋ ਪਈ, ਅਸਮਾਨ ਵੀ ਰੋ ਪਿਆ। ਹਰ ਇੱਕ ਸਿੱਖ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਕਈਆਂ ਦਾ ਤਾਂ ਬੈਰਾਗ ਦੇ ਵਿੱਚ ਆਪਾ ਹੀ ਭੁੱਲ ਗਿਆ। ਇਹ ਹਾਲਤ ਬਣ ਗਈ ਸ੍ਰੀ ਕੀਰਤਪੁਰ ਸਾਹਿਬ ਪਹਾੜ ਦੇ ਉੱਤੇ। ਕਹਿ ਕਰ ਬਹੁ ਕਰਾਹ ਕਰਵਾਇਓ। ਮਹਾਰਾਜ ਜੀ ਨੇ ਹੁਕਮ ਦਿੱਤਾ, ਭਾਈ ਕੜਾਹ ਪ੍ਰਸ਼ਾਦ ਦੀ ਦੇਗਾਂ ਬਣਾ ਕੇ ਲਿਆਓ ਇੱਥੇ। ਭਾਣਾ ਮੰਨਣਾ, ਗੁਰੂ ਘਰ ਦੇ ਵਿੱਚ ਕੜਾਹ ਪ੍ਰਸ਼ਾਦ ਦੀ ਦੇਗ ਕਿਸੇ ਵੀ ਪ੍ਰੋਗਰਾਮ ਤੇ ਵਰਤਾਈ ਜਾਂਦੀ ਹੈ, ਦੁੱਖ ਦੇ ਵੇਲੇ ਵੀ ਵਰਤਾਈ ਜਾਂਦੀ ਹੈ। ਉਹਦਾ ਮਤਲਬ ਇਹ ਹੁੰਦਾ ਵੀ ਅਸੀਂ ਇਸ ਭਾਣੇ ਨੂੰ ਵੀ ਮਿੱਠਾ ਕਰਕੇ ਮੰਨ ਲਿਆ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਗੁਰੂ ਘਰ ਦਾ ਵੱਡਾ ਮਹਾਨ ਸਿਧਾਂਤ ਹੈ। ਮਹਾਰਾਜ ਨੇ ਕਿਹਾ ਕੜਾਹ ਪ੍ਰਸ਼ਾਦ ਬਣਾਓ ਤੇ ਬਾਬੇ ਗੁਰਦਿੱਤੇ ਜੀ ਦੇ ਨਵੇਂ ਤੇਥੇ ਦੇਗਾਂ ਵਰਤਾਈਏ।
ਨਰ ਕੋ ਗਨ ਉਠਾਏ ਕਰ ਲਿਆਇਓ। ਸੇਵਾਦਾਰਾਂ ਨੇ ਬਹੁਤ ਵੱਡੀ ਦੇਗ ਕੜਾਹ ਪ੍ਰਸ਼ਾਦ ਦੀ ਫਟਾਫਟ ਤਿਆਰ ਕਰਕੇ ਲਿਆਂਦੀ, ਪਰਾਤਾਂ ਭਰ ਭਰ ਕੇ। ਸਭਨ ਬਾਪ ਕਾ ਕੀ ਨਿਸ਼ਨਾਨ, ਤੇ ਉੱਥੇ ਬੌਲੀ ਸਾਹਿਬ 'ਚ ਸਾਰਿਆਂ ਨੇ ਇਸ਼ਨਾਨ ਵੀ ਕੀਤੇ। ਪੁਨ ਬੈਠੇ ਗੁਰ ਲੱਗਿਓ ਦੀਵਾਨ। ਫਿਰ ਉੱਥੇ ਮਹਾਰਾਜ ਬੈਠ ਗਏ। ਅੱਜ ਕੱਲ੍ਹ ਜਿੱਥੇ ਮਹਾਰਾਜ ਬੈਠੇ ਸੀ ਨਾ, ਉੱਥੇ ਕੱਚਾ ਥੜਾ ਬਣਿਆ ਹੋਇਆ ਸੀ। ਹੁਣ ਤਾਂ ਉਹ ਪੱਕਾ ਪੁਰਾਤਨ ਸਮੇਂ ਤੋਂ ਹੀ ਪੁਰਾਣੀਆਂ ਇੱਟਾਂ ਦਾ, ਜਾਂ ਉਹ ਜਦੋਂ ਆਪਾਂ ਪੌੜੀਆਂ ਚੜ੍ਹ ਕੇ ਜਾਂਦੇ ਹਾਂ ਨਾ ਪੌੜੀਆਂ ਵਾਲੇ ਪਾਸਿਓਂ, ਤੇ ਥੱਲੇ ਬਾਬਾ ਸ੍ਰੀ ਚੰਦ ਜੀ ਦਾ ਧੂਣਾ ਹੈ, ਜਿੱਥੇ ਬਾਬਾ ਸ੍ਰੀ ਚੰਦ ਜੀ ਮਹਾਰਾਜ ਮਿਲਣ ਆਏ ਬਾਬਾ ਗੁਰਦਿੱਤਾ ਜੀ ਨੂੰ, ਤੇ ਉਹਨਾਂ ਦਾ ਸਥਾਨ ਹੈ। ਉੱਥੋਂ ਫਿਰ ਪੌੜੀਆਂ ਸ਼ੁਰੂ ਹੋ ਜਾਂਦੀਆਂ ਉੱਪਰ ਬਾਬੇ ਗੁਰਦਿੱਤੇ ਸਾਹਿਬ ਦੇ ਸਥਾਨ। ਰਸਤੇ 'ਚ ਉਹ ਗੁਰਦੁਆਰਾ ਤੀਰ ਸਾਹਿਬ ਵੀ ਆਉਂਦਾ, ਜਿੱਥੋਂ ਮਹਾਰਾਜ ਛੇਵੇਂ ਪਾਤਸ਼ਾਹ ਤੀਰ ਮਾਰ ਕੇ ਪਤਾਲਪੁਰੀ ਪ੍ਰਗਟ ਕੀਤੀ ਸੀ। ਥੋੜ੍ਹੀਆਂ ਜਿਹੀਆਂ ਪੌੜੀਆਂ ਹੋਰ ਚੜ੍ਹ ਕੇ ਉੱਪਰ ਜਦੋਂ ਅਸੀਂ ਐਨ ਪਹਾੜ ਦੇ ਸਿਖਰ 'ਤੇ ਪਹੁੰਚ ਜਾਂਦੇ ਹਾਂ, ਤਾਂ ਉੱਥੇ ਸੱਜੇ ਪਾਸੇ ਉਹ ਨਿਸ਼ਾਨ ਸਾਹਿਬ ਜਾਂ ਉਹ ਜਗ੍ਹਾ ਹੈ, ਥੜਾ ਹੈ, ਜਿੱਥੇ ਸਤਿਗੁਰੂ ਜੀ ਨੇ ਕੀਰਤਨ ਸੋਹਲੇ ਦਾ ਪਾਠ ਕੀਤਾ ਸੀ ਤੇ ਸੰਗਤਾਂ ਨੂੰ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਸੀ ਛੇਵੇਂ ਪਾਤਸ਼ਾਹ ਜੀ ਨੇ। ਪੰਚਾਮ੍ਰਿਤ ਸੋ ਦਇਓ ਵਰਤਾਏ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ, ਕੀਰਤਨ ਸੋਹਲੇ ਦਾ ਪਾਠ ਕਰਕੇ ਸਭ ਨੂੰ ਕਿਹਾ ਭਾਈ ਭਾਣਾ ਮੰਨੋ, ਵਾਹਿਗੁਰੂ ਦੀ ਰਜਾ ਹੈ। ਹੁਣ ਹੁਕਮ ਦੇ ਅੰਦਰ ਹੀ ਹੈ ਸਾਰਾ ਕੁਝ, ਹੁਕਮੇ ਜੰਮਣ ਹੁਕਮੇ ਮਰਨਾ। ਇਹ ਸੰਸਾਰ 'ਚ ਜਿਹੜਾ ਵੀ ਪ੍ਰਾਣੀ ਪ੍ਰਗਟ ਹੁੰਦਾ ਹੈ, ਉਹਨੂੰ ਆਪਣੇ ਸਮੇਂ ਅਨੁਸਾਰ ਜਾਣਾ ਪੈਂਦਾ ਹੈ। ਰੋਇਆ ਕੁਝ ਨਹੀਂ ਬਣਦਾ, ਕਿਉਂਕਿ ਸਾਧੂ ਸੰਤ ਮਹਾਤਮਾ ਨੂੰ ਰੋਣਾ ਨਹੀਂ ਚਾਹੀਦਾ, ਆਪਣੇ ਘਰ ਗਏ ਹਨ। ਇਹ ਬਚਨ ਕਹਿ ਕੇ ਸਾਰਿਆਂ ਨੂੰ ਛੇਵੇਂ ਪਾਤਸ਼ਾਹ ਜੀ ਮਹਾਰਾਜ ਧੀਰਜ ਦਿੱਤਾ ਹੈ। ਸਭਨ ਸੁਨਾਏ ਸ਼੍ਰੀ ਬਦਨ ਅਲਾਏ, ਸਭ ਨੂੰ ਮਹਾਰਾਜ ਕਹਿਣ ਲੱਗੇ ਤਰਹਿ ਕਾਮਨਾ ਜੋ ਸਿਖ ਆਵੈ। ਬਈ ਇਹ ਬਾਬੇ ਗੁਰਦਿੱਤੇ ਦਾ ਦਰਬਾਰ ਸੁੰਦਰ ਬਣੇਗਾ, ਇਹਨਾਂ ਦਾ ਦਿਉਰਾ। ਜਿਹੜਾ ਕੋਈ ਸਿੱਖ ਕਾਮਨਾ ਲੈ ਕੇ ਆਵੇਗਾ ਬਾਬੇ ਗੁਰਦਿੱਤੇ ਦੇ ਦਰਬਾਰ ਵਿੱਚ ਕਿ ਬਾਬਾ ਜੀ ਮੇਰਾ ਇਹ ਕਾਰਜ ਹੈ, ਕਿਰਪਾ ਕਰਕੇ ਪੂਰਾ ਕਰੋ, ਤੇ ਬਾਬਾ ਗੁਰਦਿੱਤਾ ਜੀ ਉਹਨੂੰ ਜੋ ਵੀ ਕੋਈ ਮੰਗੇਗਾ ਨਾ ਉਹ ਦੇਣਗੇ। ਇਹ ਛੇਵੇਂ ਪਾਤਸ਼ਾਹ ਨੇ ਕਹਿਤਾ ਸੀ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਟਿੱਕਾ ਵੱਡੇ ਪੁੱਤਰ ਨੂੰ ਕਹਿੰਦੇ ਆ। ਟਿੱਕੇ ਦਾ ਮਤਲਬ ਹੁੰਦਾ ਵੱਡਾ ਸਾਹਿਬ, ਵੱਡਾ ਪੁੱਤਰ। ਛੋਟੇ ਨੂੰ ਕੁੰਵਰ ਕਹਿੰਦੇ ਆ ਤੇ ਵੱਡੇ ਨੂੰ ਟਿੱਕਾ ਕਹਿੰਦੇ, ਰਾਜਿਆਂ ਮਹਾਰਾਜਿਆਂ ਦੇ ਪੁੱਤ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜਿਹੜੇ ਸਨ, ਇਹ ਸੱਚੇ ਪਾਤਸ਼ਾਹ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਅਡੋਲਾ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੇ ਪਾਤਸ਼ਾਹ, ਉਹਨਾਂ ਦਾ ਵੱਡਾ ਪੁੱਤਰ ਆਪੇ ਹੀ ਫਿਰ ਟਿੱਕਾ ਹੋਇਆ ਨਾ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ। ਰਾਜਿਆਂ ਦੇ ਪੁੱਤਰ ਹੁੰਦੇ ਆ, ਸਿਰਫ ਦੁਨੀਆ ਦੇ ਟਿੱਕੇ ਹੁੰਦੇ ਆ। ਰਾਜਿਆਂ ਦੇ ਵੀ ਟਿੱਕੇ ਹੁੰਦੇ, ਬਾਦਸ਼ਾਹ ਦੇ ਟਿੱਕੇ ਹੁੰਦੇ ਆ, ਪਰ ਉਹ ਦੁਨੀਆ 'ਚ ਹੀ ਹੁੰਦੇ ਆ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਇੱਥੇ ਵੀ ਉੱਥੇ ਵੀ ਉਹਨਾਂ ਦੀ ਚੱਲਦੀ ਹੈ। ਤੇ ਜੋ ਵਰ ਮੰਗਿਆ ਸੋ ਵਰ ਦਿੱਤਾ। ਮਹਾਰਾਜ ਕਹਿੰਦੇ ਜੋ ਕੋਈ ਆ ਕੇ ਇਹਨਾਂ ਦੇ ਦਰਬਾਰ ਵਿੱਚ ਅਰਦਾਸ ਕਰੇਗਾ, ਭਾਵਨਾ ਦੇ ਨਾਲ ਉਹਦੀ ਪੂਰੀ ਹੋਵੇਗੀ। ਕਰਹਿ ਹਾਵਲ ਇਤ ਅਰਪਾਵੈ, ਕੜਾਹ ਪ੍ਰਸ਼ਾਦ ਦੀ ਦੇਗ ਲਿਆਵੇ, ਬਾਬਾ ਜੀ ਦੇ ਅਰਦਾਸ ਸਥਾਨ ਤੇ ਅਰਦਾਸਾ ਕਰੇ, ਅਰਪਣ ਕਰੇ, ਦੇਗ ਵਰਤਾਵੇ, ਕਾਰਜ ਉਹਦਾ ਹੋਣ ਦਾ ਮਹਾਰਾਜ ਸਾਹਿਬ ਛੇਵੇਂ ਪਾਤਸ਼ਾਹ ਕਹਿੰਦੇ ਗਰੰਟੀ ਹੈ, ਉਹ ਪੂਰਾ ਹੋਵੇਗਾ, ਜ਼ਰੂਰ ਹੋਵੇਗਾ। ਹਾਂਜੀ, ਸ਼ਰਧਾ ਸਹਿਤ ਦਰਸ ਕੋ ਪਾਏ। ਸ਼ਰਧਾ ਹੋਵੇ, ਭਾਵਨਾ ਹੋਵੇ, ਵਿਸ਼ਵਾਸ ਹੋਵੇ ਗੁਰੂ ਦੇ ਬਚਨਾਂ ਤੇ, ਆ ਕੇ ਦਰਸ਼ਨ ਕਰ ਲਵੇ। ਸਾਧ ਸੰਗਤ ਜੀ, ਕੰਮ ਤੇ ਸ਼ਰਧਾ ਨਹੀਂ ਕਰਨਾ ਹੈ, ਉਹ ਹੁਣ ਸਾਡੇ ਕੋਲ ਹੁੰਦੀ ਕੋਈ ਨਹੀਂ। ਫਿਰ ਅਸੀਂ ਚੀਕਾਂ ਮਾਰਦੇ ਹਾਂ, ਸਾਡਾ ਅਰਦਾਸਾ ਨਹੀਂ ਸੁਣਿਆ ਗਿਆ। ਵੀ ਤੂੰ ਅਰਦਾਸ ਕੀਤੀ, ਸ਼ਰਧਾ ਨਾਲ ਕੀਤੀ, ਵਿਸ਼ਵਾਸ ਨਾਲ ਕੀਤੀ, ਮਨ ਤਾਂ ਤੇਰਾ ਡੋਲਦਾ ਸੀ, ਪਤਾ ਨਹੀਂ ਬਾਬਾ ਸੁਣੇਗਾ ਕਿ ਨਹੀਂ ਸੁਣੇਗਾ। ਉਹ ਫਿਰ ਉੱਥੇ ਕਮੀ ਰਹਿ ਜਾਂਦੀ ਹੈ। ਜਿਹੜਾ ਸ਼ਰਧਾ ਨਾਲ ਅਰਦਾਸ ਕਰੇ ਤੇ ਕੜਾਹ ਪ੍ਰਸ਼ਾਦ ਜੀ ਦੀ ਬਾਬਾ ਗੁਰਦਿੱਤਾ ਜੀ ਦੇ ਦਰਬਾਰ ਵਿੱਚ ਚੜਾਵੇ, ਮਹਾਰਾਜ ਕਹਿੰਦੇ 100% ਉਹਦਾ ਕਾਰਜ ਜ਼ਰੂਰ ਬਣੇਗਾ। ਮਨ ਬਾਂਛਤ ਪਰ ਵਹਿ ਸਮੁਦਾਏ, ਮਨ ਬਾਂਛਤ ਉਹਦੀਆਂ ਮਨੋਕਾਮਨਾ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਅਟਲ ਹੋਣਗੇ ਸਾਰੇ ਬਚਨ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ। ਹਾਂਜੀ, ਨੀਮਤ ਰੋਵਰ ਹੋਏ ਬਿਲੰਦ। ਮਹਾਰਾਜ ਕਹਿੰਦੇ ਆ ਜਿਹੜੀ ਟਾਹਣੀ ਗੱਡੀ ਹੈ ਨਾ, ਇਹ ਨਿੰਮ ਦਾ ਦਰਖਤ ਹੋਵੇਗਾ, ਇਹ ਨਿੰਮ ਦੇ ਨਿਸ਼ਾਨੀ ਰਹੇਗੀ ਬਾਬਾ ਜੀ ਦੀ। ਸ਼੍ਰੀ ਗੁਰਦਿੱਤੇ ਦਰਸ ਮਨਿੰਦ, ਬਾਬੇ ਗੁਰਦਿੱਤੇ ਦੇ ਦਰਸ਼ਨ ਕਰ ਲੈ, ਨਿੰਮ ਦੇ ਦਰਸ਼ਨ ਕਰ ਲੈ। ਮਹਾਰਾਜ ਕਹਿੰਦੇ ਨਿੰਮ ਦੇ ਦਰਸ਼ਨ ਕਰੋਗੇ ਨਾ, ਇਹਦੇ ਵਿੱਚੋਂ ਬਾਬੇ ਗੁਰਦਿੱਤੇ ਦੀ ਯਾਦ ਆਵੇਗੀ। ਅੱਜ ਕੱਲ੍ਹ ਕਈ ਸਾਡੇ ਜੋ ਵੀ ਪੈਦਾ ਹੋ ਗਏ ਜਿਹੜੇ ਕਹਿੰਦੇ ਦਰਖਤਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ। ਪੂਜਾ ਕੌਣ ਕਰਦਾ?
ਬਸ ਉਹਨਾਂ ਨੇ ਮਤਲਬ ਇਹ ਤੋੜਨਾ ਹੁੰਦਾ, ਤੋੜਨ ਵਾਸਤੇ ਪੁੱਠੇ ਪਾਸਿਓਂ ਗੱਲ ਸ਼ੁਰੂ ਕਰਨੀ ਹੈ। ਜੇ ਉਹਨਾਂ ਦਾ ਹਰ ਗੱਲ ਨੂੰ ਪੁੱਠੇ ਪਾਸਿਓਂ ਲੈਣਾ ਹੁੰਦਾ, ਜਿਵੇਂ ਕਿਸੇ ਬੰਦੇ ਨੇ ਬੱਸ ਵਿੱਚ ਚੜ੍ਹਿਆ ਵਿਚਾਰਾ ਕੋਈ ਮੁੰਡਾ, ਤੇ ਮਾਤਾ ਬੈਠੀ ਸੀ ਬਜ਼ੁਰਗ, ਉਹਨੂੰ ਕਹਿੰਦਾ ਮਾਤਾ ਜੀ ਥੋੜ੍ਹੀ ਜਿਹੀ ਸੀਟ ਪਰਾਂ ਹੋ ਜਾਓ। ਉਹ ਕਹਿੰਦੀ ਮੈਂ ਤੇਰੇ ਪਿਓ ਦੀ ਰੰਨ ਕਿਵੇਂ ਬਣ ਗਈ? ਉਹਨੇ ਕਿਹਾ ਮਾਤਾ ਜੀ, ਉਹ ਕਹਿੰਦੇ ਮਾਤਾ ਤੂੰ ਮੈਨੂੰ ਕਿਵੇਂ ਕਹਿਤਾ, ਮੈਂ ਤੇਰੇ ਪਿਓ ਦੀ ਰੰਨ ਕਿਵੇਂ ਬਣ ਗਈ? ਉਹ ਅੱਗੋਂ ਹੱਥ ਜੋੜ ਕੇ ਫਿਰ ਕਵੇ ਮਾਤਾ ਜੀ, ਉਹ ਕਹੇ ਤੂੰ ਫਿਰ ਮੈਨੂੰ ਮਾਤਾ ਕਿਉਂ ਕਿਹਾ? ਇਹ ਉਹੋ ਜਿਹੇ ਲੋਕ ਨੇ, ਪੁੱਠਾ ਦਿਮਾਗ, ਪੁੱਠਾ ਸੋਚਦੇ ਆ। ਸਾਧ ਸੰਗਤ ਜੀ, ਦਰਖਤਾਂ ਦੀ ਪੂਜਾ ਨਹੀਂ ਹੈ। ਮਹਾਰਾਜ ਦੇ ਦਰਬਾਰ ਹਰਿਮੰਦਰ ਸਾਹਿਬ 3 ਪੁਰਾਤਨ ਬੇਰੀਆਂ ਖੜੀਆਂ, ਬਾਬਾ ਬੁੱਢੇ ਸਾਹਿਬ ਦੀ, ਤੇ ਦੁਖ ਭੰਜਨੀ ਬੇਰੀ ਸਾਹਿਬ, ਤੇ ਲਾਚੀ ਬੇਰੀ। ਇਹ ਦਰਖਤਾਂ ਦੇ ਵਿੱਚ ਯਾਦਾਂ ਛੁਪੀਆਂ ਹੋਈਆਂ ਨੇ। ਜਿਹੜੀ ਨਿੰਮ ਬਾਬੇ ਗੁਰਦਿੱਤੇ ਨੇ ਲਾਈ ਹੈ, ਉਹਨਾਂ ਦੀ ਯਾਦਗਾਰ ਹੈ। ਉਹਨੂੰ ਦਰਸ਼ਨ ਕਰਨਾ, ਉਹਨਾਂ ਦੀ ਯਾਦ ਆਵੇਗੀ। ਕਰ ਹੈ ਬੰਦਨਾ ਦੇਖ ਹੈ ਨੈਣ। ਜਿਹੜਾ ਆ ਕੇ ਦਰਸ਼ਨ ਕਰੇਗਾ, ਨਮਸਕਾਰ ਕਰੇਗਾ, ਉਹਦੀ ਸ਼ਰਧਾ ਪੂਰੀ ਹੋਵੇਗੀ। ਸਕਲ ਕਾਮਨਾ ਪ੍ਰਾਪਤ ਐਨ। ਮਨੋਕਾਮਨਾ ਸਾਰੀਆਂ ਘਰ ਬੈਠਿਆਂ ਦੀਆਂ ਪੂਰੀਆਂ ਹੋਣਗੀਆਂ ਇੱਥੋਂ। ਨਿਤ ਪ੍ਰਤ ਇਹਾਂ ਤੇ ਹਾਵਲ ਆਏ। ਹਰ ਰੋਜ਼ ਇੱਥੇ ਕੜਾਹ ਪ੍ਰਸ਼ਾਦ ਦੀ ਦੇਗਾਂ ਆਇਆ ਕਰਨਗੀਆਂ। ਤ੍ਰਿਪਤ ਹੈ ਸਿੱਖ ਸੰਗਤ ਸਭ ਖਾਏ। ਸੰਗਤਾਂ ਖਾ ਖਾ ਕੇ ਰਾਜਿਆ ਕਰਨਗੀਆਂ, ਮੁੱਕੇਗਾ ਨਹੀਂ ਕਿਹਨੇ ਕੜਾਹ ਪ੍ਰਸ਼ਾਦ ਇੱਥੋਂ। ਦੇਸ਼ ਵਿਦੇਸ਼ੀ ਜੋ ਚੱਲ ਆਵੇ। ਦੇਸਾਂ ਚੋਂ ਆਵੇ ਕੋਈ, ਪ੍ਰਦੇਸਾਂ ਚੋਂ ਆਵੇ, ਦੇਸੀ ਵਿਦੇਸੀ ਕੋਈ ਸਿੱਖ ਆਵੇ, ਬਾਬੇ ਗੁਰਦਿੱਤੇ ਦੇ ਦਿਓਰੇ ਦੇ ਕੜਾਹ ਪ੍ਰਸ਼ਾਦ ਦੀ ਪਰਾਤ ਭਰ ਕੇ ਅਰਪਣ ਕਰੇ, ਤੇ ਫਿਰ ਮੂੰਹ ਮੰਗੀਆਂ ਮੁਰਾਦਾਂ ਪਾਵੇ। ਇਸ ਥਲ ਤੇ ਸੋ ਤੇ ਹਾਵਲ ਖਾਵੇ। ਇੱਥੇ ਕੜਾਹ ਪ੍ਰਸ਼ਾਦ ਖਾਵੇ। ਜੇ ਕੋਈ ਦੇਗ ਅਰਪਣ ਕਰੇ, ਉਹਨੂੰ ਤਾਂ ਬੜਾ ਫਲ ਮਿਲਣਾ ਹੀ ਹੈ। ਜਿਹੜਾ ਕੋਈ ਗਰੀਬ ਭਿਅੰਗਮ ਨਹੀਂ ਹੈ, ਉਹ ਆ ਕੇ ਛਕ ਵੀ ਲਵੇ, ਕਿਉਂਕਿ ਇੱਕ ਤਾਂ ਛਕਾਣ ਦੀ ਸੇਵਾ ਹੁੰਦੀ ਹੈ, ਇੱਕ ਛਕਣ ਦੀ ਸੇਵਾ ਹੁੰਦੀ ਹੈ। ਛਕਣ ਦੀ ਸੇਵਾ ਹੋਵੇਗੀ ਤੇ ਛਕਾਣ ਦੀ ਹੋਵੇਗੀ। ਕਹਿੰਦੇ ਬਾਬੇ ਗੁਰਦਿੱਤੇ ਦੇ ਦਰਬਾਰ 'ਚ ਦੇਗ ਚੜ੍ਹਾਉਣ ਵਾਲੇ ਨੂੰ ਤਾਂ ਫਲ ਮਿਲਣਾ ਹੀ ਹੈ। ਜੇ ਕੋਈ ਦੇਗ ਨਹੀਂ ਚੜ੍ਹਾ ਸਕਿਆ ਤੇ ਖਾ ਹੀ ਗਿਆ। ਕਈ ਮੇਰੇ ਵਰਗੇ ਹੁੰਦੇ ਵਿਚਾਰੇ ਭਿਅੰਗਮ ਹੁੰਦੇ, ਮਾਇਆ ਵੀ ਨਹੀਂ ਹੁੰਦੀ, ਤੇ ਉਹ ਜਾ ਕੇ ਮੱਥਾ ਹੀ ਟੇਕਦੇ ਨੇ ਵੀ ਬਾਬਾ ਜੀ ਤੁਹਾਡੇ ਚਰਨਾਂ 'ਚ ਗਰੀਬ ਸਿੱਖ ਹਾਜ਼ਰ ਹੈ ਤੇ ਦੇਗ ਦੇ ਦਿਓ। ਉਹਨੂੰ ਜਿਹੜਾ ਕਿਣਕਾ ਉੱਥੋਂ ਮਿਲਣਾ, ਉਹਦੇ ਨਾਲ ਉਹਦਾ ਲੋਕ ਵੀ ਸੁਧਰ ਜਾਣਾ, ਉਹਦਾ ਪਰਲੋਕ ਵੀ ਸੁਧਰ ਜਾਣਾ। ਇਹ ਬਚਨ 6ਵੇਂ ਪਾਤਸ਼ਾਹ ਮਹਾਰਾਜ ਕਰ ਰਹੇ ਨੇ। ਹਾਂਜੀ, ਪੁੰਨ ਸਥਾਨ ਮਹਾਨ ਬਣਿਆ ਹੈ। ਮਹਾਰਾਜ ਕਹਿੰਦੇ ਸਮਾਂ ਆਵੇਗਾ, ਸਾਡੇ ਖਾਲਸੇ ਦਾ ਰਾਜ ਹੋਵੇਗਾ, ਸਿੰਘਾਂ ਦੀ ਬਾਦਸ਼ਾਹੀ ਹੋਵੇਗੀ। ਇਹ ਦਰਬਾਰ ਬੜਾ ਸੁੰਦਰ ਬਣੇਗਾ, ਬਹੁਤ ਸੁੰਦਰ। ਹੁਣ ਬਾਬੇ ਗੁਰਦਿੱਤੇ ਦਾ ਪੁਰਾਤਨ ਦਰਬਾਰ ਹੈ, ਸਾਸ ਨਿੱਕੀਆਂ ਇੱਟਾਂ ਦਾ ਬਣਿਆ, ਸ਼ੇਰੇ ਪੰਜਾਬ ਦੇ ਸਮੇਂ ਦਾ, ਬਹੁਤ ਹੀ ਆਲੀਸ਼ਾਨ ਸੁੰਦਰ ਹੈ। ਹਾਂਜੀ, ਦਰਸ਼ਨ ਤੇ ਕਲ ਮਲ ਬਿਨਸਾ ਹੈ। ਦਰਸ਼ਨ ਕਰਕੇ ਮਨ ਨੂੰ ਬੜੀ ਸ਼ਾਂਤੀ ਆਉਂਦੀ ਹੈ, ਪਾਪ ਸਾਰੇ ਕੱਟੇ ਜਾਂਦੇ ਹੈ। ਸੇਵੇ ਔਰ ਨਿਰਮਲ ਬਨ ਜਾਏ। ਜਿਹੜੇ ਪ੍ਰੇਮ ਨਾਲ ਸੇਵਾ ਕਰਨਗੇ ਬਾਬੇ ਗੁਰਦਿੱਤੇ ਦੇ ਦਰਬਾਰ ਦੀ, ਉਹਨਾਂ ਦਾ ਮਨ ਨਿਰਮਲ ਹੋ ਜਾਏਗਾ। ਭਗਤ ਗਿਆਨ ਕਰ ਸਿੱਖੀ ਪਾਏ। ਉਹਨੂੰ ਭਗਤੀ, ਗਿਆਨ, ਗੁਰਸਿੱਖੀ ਦੀ ਪ੍ਰਾਪਤੀ ਹੋਵੇਗੀ। ਬਰਖਾ ਮਹਾ ਅੰਧੇਰੀ ਜੋਏ। ਹਾਂ, ਕਹਿੰਦੇ ਭਾਵੇਂ ਜਿੰਨੀ ਮਰਜ਼ੀ ਬਰਖਾ ਮੀਂਹ ਪੈਂਦਾ ਹੋਵੇ, ਤੇ ਭਾਵੇਂ ਤੂਫਾਨ ਤੇ ਹਨੇਰੀ ਆਈ ਹੋਵੇ, ਭਾਵੇਂ ਕਿੱਡੀ ਮੁਸੀਬਤ ਆਈ ਹੋਵੇ, ਤਉ ਤੇ ਹਾਵਲ ਇਸ ਥਲ ਹੋਏ। ਇੱਥੇ ਕੜਾਹ ਪ੍ਰਸ਼ਾਦ ਨਹੀਂ ਮੁੱਕੇਗਾ। ਇਹ ਬਚਨ ਮਾਰ ਅੱਜ ਵੀ ਉਦਾਂ ਹੀ ਹੈ। ਭਾਵੇਂ ਪਹਾੜ ਦੀ ਚੜ੍ਹਾਈ ਹੈ, ਔਖਾ ਹੈ ਉੱਥੇ ਜਾਣਾ ਆਉਣਾ, ਪਰ ਫਿਰ ਵੀ ਸੰਗਤਾਂ ਦਾ ਕੋਈ ਅੰਤ ਹੀ ਨਹੀਂ। ਸਾਰਾ ਦਿਨ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਚੱਲੀਆਂ। ਮਾਰੇ ਕਹਿੰਦੇ ਭਾਵੇਂ ਮੀਂਹ ਪੈਂਦਾ ਹੋਵੇ, ਕਿੰਨਾ ਹੀ ਕਈ ਵਾਰੀ ਝੜੀ ਲੱਗ ਜਾਂਦੀ, ਨਹੀਂ ਜਾ ਸਕਦਾ ਕੋਈ, ਤਾਂ ਵੀ ਕਹਿੰਦੇ ਦੇਗਾਂ ਇੱਥੇ ਬਣਨਗੀਆਂ। ਕਹਿੰਦੇ ਹਨੇਰੀ ਤੂਫਾਨ ਹੋਵੇ ਤਾਂ ਵੀ ਦੇਗਾਂ ਮਿਲਣਗੀਆਂ। ਇਤਿਆਦਿਕ ਮਹਿਮਾ ਕਹਿ ਥਾਨ। ਇਸ ਤਰ੍ਹਾਂ ਇਸ ਜਗ੍ਹਾ ਦੀ ਮਹਿਮਾ ਸੱਚੇ ਪਾਤਸ਼ਾਹ ਨੇ ਦੱਸੀ ਹੈ। ਉਠਤ ਭਏ ਸ੍ਰੀ ਗੁਰ ਭਗਵਾਨ। ਤੇ ਮਹਾਰਾਜ ਉੱਥੋਂ ਉੱਠੇ ਹਨ। ਅਸ਼ਟ ਘਾਟ 17 ਸੈ ਸੰਮਤ। ਸਾਧ ਸੰਗਤ ਜੀ, 1700 ਬਿਕਰਮੀ ਚੋਂ 8 ਘਟ 1692 ਬਿਕਰਮੀ ਦੇ ਵਿੱਚ ਅਸੂ ਮਾਸ ਸੁਦੀ ਦਸਮੀ ਥਿਤ। ਅੱਸੂ ਦਾ ਮਹੀਨਾ ਸੀ, ਸੁਦੀ 10ਵੀਂ ਤਿਥੀ ਸੀ, ਯਾਨੀ ਕਿ 1633 ਈਸਵੀ ਦਾ ਸਮਾਂ ਬਣਦਾ ਹੈ, ਜਦੋਂ ਬਾਬਾ ਜੀ, ਬਾਬਾ ਗੁਰਦਿੱਤਾ ਸਾਹਿਬ ਜੀ 1300 ਵਾਹਿਗੁਰੂ 1635 ਈਸਵੀ ਦੇ ਵਿੱਚ ਇਹ ਸੱਚਖੰਡ ਪਿਆਨਾ ਕਰ ਗਏ ਹਨ। ਕਰ ਸਭ ਕਿਰਿਆ ਗੁਰੂ ਚਲ ਆਏ। ਮਹਾਰਾਜ ਆਪਣੇ ਹੱਥੀਂ ਸਾਰੀ ਪੁੱਤਰ ਦੀ ਕਿਰਿਆ ਮਰਿਆਦਾ ਕਰਕੇ ਵਾਪਸ ਆ ਗਏ ਗੁਰੂ ਕੇ ਮਹਿਲਾਂ ਵਿੱਚ। ਸ੍ਰੀ ਗੁਰਦਿੱਤਾ ਜੋਤ ਸਮਾਏ। ਬਾਬਾ ਗੁਰਦਿੱਤਾ ਜੀ ਜੋਤੀ ਜੋਤ ਸਮਾ ਗਏ। ਗੁਰ ਕੀ ਗਤ ਕਿਛ ਜਾਏ ਨ ਜਾਨੀ। ਗੁਰੂ ਦੀ ਗਤ ਨਹੀਂ ਕੋਈ ਜਾਣ ਸਕਦਾ।
ਬਿਸਮਤ ਮਤ ਸਭ ਤੂਸ਼ਨ ਠਾਨੀ ਵੱਡੇ ਵੱਡਿਆਂ ਦੀ ਬੁੱਧੀ ਹੈਰਾਨ ਹੋ ਜਾਂਦੀ, ਚੁੱਪ ਹੀ ਕਰ ਜਾਂਦਾ ਬੰਦਾ। ਪੀਛੇ ਆਏ ਚੱਲੀ ਗਨ ਨਾਰੀ ਪਿੱਛੇ ਬੀਬੀਆਂ ਤੁਰੀਆਂ ਹੁੰਦੀਆਂ ਵਿਰਾਪ ਕਰਦੀਆਂ ਹਨ। ਆਦ ਨਾਨਕੀ ਪੁਰ ਜੋ ਮਝਾਰੀ ਮਾਤਾ ਨਾਨਕੀ, ਮਾਤਾ ਮਹਾਦੇਵੀ ਆਦਿਕ। ਸੋ ਸਾਧ ਸੰਗਤ ਜੀ, ਸਮਾਂ ਵਧੀਕ ਹੋ ਰਿਹਾ ਹੈ। ਅੱਗੇ ਫਿਰ ਆਪਾਂ ਹੋਰ ਬੇਅੰਤ ਕਥਾ ਸਰਵਣ ਕਰਨੀ। ਗੁਰੂ ਛੇਵੇਂ ਪਾਤਸ਼ਾਹ ਜੀ ਦੀ ਭੁੱਲਾਂ ਚੁੱਕਾਂ ਦੀ ਖਿਮਾ। ਹੈ ਗੋਬਿੰਦ ਹੈ ਗੋਪਾਲ।